ਧੰਨ ਵਾਹਿਗੁਰੂ ਜੀਓ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰਿ ਰਾਇਆ। ਕਹੁ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਕਹੁ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ, ਜਬ ਗੁਰ ਬੋਲਾਂ ਤਬ ਬਿਸਮ ਹੋਏ ਜਾਏ। ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ, ਜੈਸੇ ਹਮ ਸਤਿਗੁਰ ਰਾਖ ਲੀਏ ਛਡਾਏ। ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਧਪ ਮੇਰਾ ਸਖਾ ਸਖਾਏ। ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਧਪ ਮੇਰਾ ਸਖਾ ਸਖਾਏ। ਪਰਮ ਸਤਿਕਾਰਯੋਗ ਦੀਨ ਦੁਨੀ ਦੇ ਮਾਲਕ, ਸ਼ਬਦ ਸਰੂਪ, ਗਰੀਬ ਨਵਾਜ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਇਹ ਪ੍ਰੇਰਣਾ ਬਖਸ਼ਿਸ਼ ਕੀਤੀ ਹੈ, ਜਿਸ ਉਦਮ ਬਲ ਦਾ ਸਦਕਾ ਸਰਬੱਤ ਸੰਗਤ ਬੜੀ ਇਕਾਗਰਤਾ ਔਰ ਸਤਿਕਾਰ ਨਾਲ ਸਤਿਗੁਰੂ ਮਹਾਰਾਜ ਦੇ ਪਾਵਨ ਹਜ਼ੂਰ ਸੱਜ ਕੇ ਇਹਨਾਂ ਚੱਲ ਰਹੇ ਗੁਰਮਤ ਦੀਵਾਨਾਂ ਦੀ ਹਾਜ਼ਰੀ ਭਰਦਿਆਂ ਸਤਿਗੁਰੂ ਦੀ ਪਾਵਨ ਬਾਣੀ ਦੇ ਪਾਠ ਅਤੇ ਗੁਰਬਾਣੀ ਦੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਸ਼ਰਵਣ ਕਰ ਰਹੇ ਸੀ। ਸਤਿਗੁਰੂ ਦੀ ਵਡਿਆਈ, ਸਤਿਗੁਰੂ ਦੀ ਮਹਿਮਾ, ਸਤਿਗੁਰੂ ਦੇ ਵੱਡਪਣ ਦਾ ਜੋ ਵਿਖਿਆਨ ਗੁਰਬਾਣੀ ਵਿੱਚ ਹੋਇਆ ਹੈ। ਸਤਿਕਾਰਯੋਗ ਕੀਰਤਨੀ ਜਥੇ ਵੱਲੋਂ ਆਪ ਜੀ ਨੂੰ ਸਤਿਗੁਰੂ ਦੀ ਪਾਵਨ ਬਾਣੀ ਦੇ ਵਿੱਚੋਂ ਉਹਨਾਂ ਸ਼ਬਦਾਂ ਦਾ ਗਾਇਨ ਕਰਕੇ ਸਤਿਗੁਰੂ ਦੇ ਚਰਨਾਂ ਦੇ ਨਾਲ ਜੋੜਨ ਦਾ ਯਤਨ ਕੀਤਾ ਗਿਆ ਹੈ। ਸੋ ਆਓ, ਜਿੱਥੇ ਆਪ ਜੀ ਨੇ ਕੀਰਤਨ ਰਾਹੀਂ ਸਤਿਗੁਰੂ ਦੀ ਮਹਿਮਾ ਨੂੰ ਸ਼ਰਵਣ ਕੀਤਾ ਹੈ, ਗੁਰਮਤਿ ਵਿਚਾਰਾਂ ਨਾਲ ਸਾਂਝ ਬਣਾ ਕੇ ਸਤਿਗੁਰੂ ਮਹਾਰਾਜ ਦੀ ਪਾਵਨ ਬਾਣੀ, ਗੁਰੂ ਦੀ ਸਿੱਖਿਆ, ਸਤਿਗੁਰਾਂ ਦੇ ਪਰਉਪਕਾਰਾਂ ਨੂੰ ਚੇਤੇ ਕਰਨ ਦਾ ਯਤਨ ਕਰੀਏ। ਅੱਜ ਦਾ ਇਹ ਦੀਵਾਨ 9ਵੇਂ ਗੁਰੂਦੇਵ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਤਿਨਾਂ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। ਇਸ ਲਈ ਆਪਾਂ ਯਤਨ ਕਰਾਂਗੇ ਇਤਿਹਾਸ ਦੇ ਪੰਨਿਆਂ ਉੱਤੇ ਜੋ ਸਤਿਗੁਰਾਂ ਦੇ ਪਰਉਪਕਾਰ ਅੰਕਿਤ ਹਨ ਉਹਨਾਂ ਬਾਬਤ ਕੁਝ ਸਮਾਂ ਆਪਾਂ ਮਹਾਰਾਜ ਦੀ ਬਾਣੀ ਦੇ ਨਾਲ ਨਾਲ ਸਤਿਗੁਰਾਂ ਦੇ ਇਤਿਹਾਸ ਉੱਤੇ ਵੀ ਸਾਂਝ ਬਣਾਉਣ ਦਾ ਯਤਨ ਕਰੀਏ। ਸੋ ਆਓ, ਸਭ ਤੋਂ ਪਹਿਲਾਂ
ਦਸਮੇਸ਼ ਪਿਤਾ ਜੀ ਦੀ ਬਖਸ਼ੀ ਹੋਈ ਮੁਬਾਰਕ ਫਤਿਹ ਸਾਰੀ ਸੰਗਤ ਬੁਲੰਦ ਆਵਾਜ਼ ਵਿੱਚ ਸਾਂਝੀ ਕਰੀਏ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਦੀ ਪਾਵਨ ਬਾਣੀ ਵਿੱਚ ਜਿਨ੍ਹਾਂ ਰੱਬੀ ਗੁਣਾਂ ਦਾ ਜ਼ਿਕਰ ਕੀਤਾ ਹੈ ਕਿ ਪਰਮੇਸ਼ਰ ਵਾਹਿਗੁਰੂ ਦੀ ਆਰਾਧਨਾ ਨਾਲ, ਅਕਾਲ ਪੁਰਖ ਦੀ ਬੰਦਗੀ ਦੇ ਨਾਲ ਕੋਈ ਜੀਵ ਉਸ ਮਾਲਕ ਦੇ ਇੰਨਾ ਨੇੜੇ ਹੋ ਜਾਂਦਾ ਹੈ ਕਿ ਵਾਹਿਗੁਰੂ ਦਾ ਆਤਮਿਕ ਰੂਪ ਵਿੱਚ ਉਹ ਸਾਖਿਆਤ ਰੂਪ ਬਣ ਜਾਂਦਾ ਹੈ। ਇਸ ਦੀਆਂ ਪ੍ਰਤੱਖ ਉਦਾਹਰਨਾਂ ਸਾਨੂੰ ਇਤਿਹਾਸ ਦੇ ਪੰਨਿਆਂ ਦੇ ਉੱਤੇ ਅੰਕਿਤ ਮਿਲਦੀਆਂ ਹਨ। ਵੈਸੇ ਤੇ ਜਿਹਨੂੰ ਵੀ ਸਤਿਗੁਰੂ ਦੀ ਬਾਣੀ ਉੱਤੇ ਭਰੋਸਾ ਹੈ, ਯਕੀਨ ਹੈ, ਉਹ ਮਹਾਰਾਜ ਦੇ ਅੰਕਿਤ ਕੀਤੇ ਹੋਏ ਲਿਖਤ ਇੱਕ ਇੱਕ ਵਾਕ ਨੂੰ ਡੂੰਘਾਈ ਦੇ ਨਾਲ ਪੜ੍ਹਦਾ, ਵਿਚਾਰਦਾ, ਸੁਣਦਾ, ਆਪਣੇ ਮਨ ਨੂੰ ਸਮਝਾਉਂਦਾ ਹੈ। ਉਹਨੂੰ ਕਿਸੇ ਹੋਰ ਉਦਾਹਰਣ ਦੀ ਜ਼ਰੂਰਤ ਨਹੀਂ ਰਹਿ ਜਾਂਦੀ। ਪਰ ਇਤਿਹਾਸ ਨੂੰ ਅਸੀਂ ਇਸ ਕਰਕੇ ਪੜ੍ਹਦੇ ਹਾਂ ਕਿ ਸਾਡੇ ਮਨ ਨੂੰ ਪ੍ਰੇਰਨਾ ਮਿਲੇ। ਫਿਲਾਸਫੀ ਦੀ ਡੂੰਘੀ ਗੱਲ ਜਿਹੜੀ ਸਾਡੇ ਵੈਸੇ ਪਕੜ ਵਿੱਚ ਨਹੀਂ ਆਉਂਦੀ, ਅਸੀਂ ਉਹਨੂੰ ਕਿਸੇ ਮਹਾਨ ਸਤਿਪੁਰਸ਼ ਦੇ ਜੀਵਨ ਵਿੱਚ ਵਾਪਰਦੀ ਹੋਈ ਵੇਖੀਏ। ਇਸ ਨੂੰ ਸ਼ਾਸਤਰਾਂ ਨੇ ਪ੍ਰਤੱਖ ਪ੍ਰਮਾਣ ਆਖਿਆ, ਜਿਹਨੂੰ ਆਪਾਂ ਪ੍ਰਤੱਖ ਪ੍ਰਮਾਣ ਕਹਿੰਦੇ ਹਾਂ, ਵੀ ਜੋ ਤੁਹਾਨੂੰ ਨਜ਼ਰ ਆਉਂਦਾ ਹੈ। ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ। ਗਰੀਬ ਨਵਾਜ਼ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਦਾ ਜੀਵਨ ਵੀ ਕੁਝ ਐਸਾ ਹੈ। ਜਦੋਂ ਸਤਿਗੁਰੂ ਦੀ ਬਾਣੀ ਨੂੰ ਪੜ੍ਹੋ ਨਾ, ਦੁੱਖ ਸੁੱਖ ਨੂੰ ਇੱਕ ਸਮਾਨ ਜਾਣਨਾ, ਉਸਤਤ ਨਿੰਦਾ ਨੂੰ ਬਰਾਬਰ ਸਮਝਣਾ, ਲੋਭ ਮੋਹ ਹੰਕਾਰ ਤੋਂ ਆਪਣੀ ਸੁਰਤ ਨੂੰ ਉੱਚਿਆਂ ਰੱਖਣਾ, ਕਿਸੇ ਨੂੰ ਭੈ ਨਹੀਂ ਦੇਣਾ, ਕਿਸੇ ਦਾ ਭੈ ਮੰਨਣਾ ਨਹੀਂ, ਸੋਨੇ ਨੂੰ ਮਿੱਟੀ ਸਮਾਨ ਜਾਣਨਾ, ਖਾਕ ਸਾਰ ਜਾਣਨਾ, ਮਨ ਵਿੱਚ ਵੈਰਾਗ ਰੱਖਣਾ। ਇੱਥੇ ਵੈਰਾਗ ਤੋਂ ਭਾਵ ਉਸ ਵੈਰਾਗੀ ਫਿਰਕੇ ਵਾਲਾ ਨਹੀਂ ਵੀ ਘਰ ਪਰਿਵਾਰ ਨੂੰ ਛੱਡ ਕੇ ਇਹ ਮੰਨ ਲੈਣਾ। ਆਮ ਤੌਰ 'ਤੇ ਜਿਹੜੀ ਇਮੇਜ ਅਸੀਂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ, ਜੋ ਸਾਡੇ ਓਪਰੇ ਢੰਗ ਨਾਲ ਜੋ ਅਸੀਂ ਮਹਾਰਾਜ ਦਾ ਜੋ ਚਿਤਰਨ ਕੀਤਾ ਹੈ, ਸਤਿਗੁਰਾਂ ਦੇ ਸਰੂਪ ਦਾ, ਮਹਾਰਾਜ ਦੀ ਮਹਾਨ ਸ਼ਖਸੀਅਤ ਵਿਅਕਤੀਤਵ ਦਾ, ਉਹ ਇਹ ਹੈ ਵੀ ਸਤਿਗੁਰੂ ਉਹਨਾਂ ਵੈਰਾਗੀਆਂ ਵਾਂਗ ਇੱਕ ਤਰ੍ਹਾਂ ਦੇ ਵੈਰਾਗੀ ਹਨ। ਚੇਤੇ ਵਿੱਚ ਰੱਖਣਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵੈਰਾਗ ਦਾ ਅਰਥ ਪ੍ਰੇਮ ਹੈ। ਵੈਰਾਗ ਦਾ ਅਰਥ ਤਥਾ ਕਥਿਤ ਵਿਖਾਵੇ ਵਾਲਾ ਬਾਹਰੀ ਚੀਜ਼ਾਂ ਦਾ ਤਿਆਗ ਨਹੀਂ ਹੈ। ਜਿਸ ਨੂੰ ਸਤਿਗੁਰੂ ਆਖਦੇ ਨੇ ਲਿਓ ਭੇਖ ਵੈਰਾਗ, ਉੱਥੇ ਵੈਰਾਗ ਤੋਂ ਭਾਵ ਪ੍ਰੇਮ ਹੈ, ਪ੍ਰੇਮਾ ਭਗਤੀ। ਤੇ ਉਪਰਾਮ ਇੱਕ ਸ਼ਬਦ ਦਾ ਅਰਥ ਬਣਦਾ ਵੈਰਾਗ ਦਾ ਉਪਰਾਮ ਹੋਣਾ, ਯਾਨੀ ਕਿ ਕਿਸੇ ਚੀਜ਼ ਤੋਂ ਆਪਣੇ ਮਨ ਦਾ ਸੰਬੰਧ ਤੋੜ ਦੇਣਾ। ਤੇ ਉੱਥੇ ਸੰਬੰਧ ਕਿਹੜੀ ਚੀਜ਼ ਤੋਂ ਤੋੜਨ ਵਾਸਤੇ ਮਹਾਰਾਜ ਨੇ ਕਿਹਾ? ਮੋਹ ਤੋਂ, ਲੋਭ ਤੋਂ, ਅਭਿਮਾਨ ਤੋਂ, ਹੰਕਾਰ ਤੋਂ। ਮੈਨੂੰ ਸਤਿਗੁਰੂ ਮਹਾਰਾਜ ਦੇ ਜੀਵਨ ਦੀ ਇੱਕ ਗਾਥਾ ਯਾਦ ਆਉਂਦੀ ਹੈ ਇਸ ਪੱਖ ਵਿੱਚ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜਿਸ ਵੇਲੇ ਚੱਕ ਨਾਨਕੀ ਨਗਰ ਵਸਾ ਰਹੇ ਸਨ, ਹਾਲਾਂਕਿ ਮਹਾਰਾਜ ਨੇ ਇਸ ਨਗਰ ਦਾ ਜਿਹੜਾ ਨਾਮ ਹੈ ਆਪਣੀ ਮਾਤਾ ਜੀ ਦੇ ਨਾਂ ਦੇ ਉੱਤੇ ਰੱਖਿਆ। ਇੱਕ ਅਸੀਂ ਬੇਬੇ ਨਾਨਕੀ ਜੀ ਦਾ ਨਾਮ ਪੜ੍ਹਦੇ ਹਾਂ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਭੈਣ ਜੀ, ਬਾਹਰ ਦੇ ਇਲਾਕੇ ਵਿੱਚ ਵੱਡੀ ਭੈਣ ਨੂੰ ਬੇਬੇ ਕਿਹਾ ਜਾਂਦਾ। ਅਜੇ ਵੀ ਕਿਤੇ ਕਿਤੇ ਰਿਵਾਜ਼ ਹੈ ਵੱਡੀ ਭੈਣ ਨੂੰ ਜਾਂ ਛੋਟੀ ਭੈਣ ਨੂੰ ਵੀ ਬੇਬੇ ਕਹਿ ਕੇ ਸੱਦਣਾ। ਦੇਖੋ ਕਿੱਡਾ ਪਿਆਰਾ ਸ਼ਬਦ ਹੈ। ਤੇ ਉਹ ਜਿਹੜਾ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਵੱਡੀ ਭੈਣ ਦਾ ਨਾਮ ਬੇਬੇ ਨਾਨਕੀ, ਇਹਨਾਂ ਨੂੰ ਅਸੀਂ ਮਾਤਾ ਨਾਨਕੀ ਕਹਿੰਦੇ। ਥੋੜ੍ਹਾ ਡਿਫਾਈਨ ਕਰਨ ਵਾਸਤੇ, ਅਸੀਂ ਵੱਖਰਾ ਕਰਨ ਵਾਸਤੇ ਮਾਤਾ ਨਾਨਕੀ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਦੇ ਮਹਿਲ, ਉਹਨਾਂ ਦੇ ਪਤਨੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਾਤਾ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਦਾਦੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਪੜਦਾਦੀ ਮਾਤਾ ਨਾਨਕੀ। ਵੈਸੇ ਇਹਨੂੰ ਸਾਡੀ ਕਮੀ ਕਹਿ ਲਓ ਜਾਂ ਸਾਡੇ ਢੰਗ ਦੇ ਵਿੱਚ ਖਾਮੀ ਕਹਿ ਲਓ ਵੀ ਅਸੀਂ ਮਹਾਨ ਸਿੱਖ ਔਰਤਾਂ ਦੇ ਜੀਵਨ ਦੀ ਬਹੁਤ ਘੱਟ ਗੱਲ ਕਰਦੇ ਹਾਂ।
ਸ਼ਾਇਦ ਇਹੀ ਕਾਰਨ ਹੈ ਵੀ ਅਸੀਂ ਆਪਣੇ ਆਈਡੀਅਲ ਜਿਹੜੇ ਹਨ, ਜਿਨ੍ਹਾਂ ਨੂੰ ਆਪਾਂ ਆਪਣੇ ਹੀਰੋ ਕਹਿੰਦੇ ਹਾਂ, ਆਈਡੀਅਲ ਕਹਿੰਦੇ ਹਾਂ, ਆਦਰਸ਼ ਕਹਿੰਦੇ ਹਾਂ, ਉਹਨਾਂ ਦੇ ਵਿੱਚ ਅਸੀਂ ਔਰਤ ਨੂੰ ਅਜੇ ਤੱਕ ਰੁਤਬਾ ਦੇਣਾ ਯੋਗ ਨਹੀਂ ਸਮਝਿਆ। ਪਰ ਬੇਬੇ ਨਾਨਕੀ ਤੋਂ ਲੈ ਕੇ ਮਾਤਾ ਨਾਨਕੀ ਤੱਕ ਤੁਸੀਂ ਇਹਨਾਂ ਮਹਾਨ ਔਰਤਾਂ ਦੇ ਜੀਵਨ ਪੜ੍ਹੋ। ਮੈਂ ਕਈ ਵਾਰ ਹੈਰਾਨ ਹੁੰਦਾ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਆਪਣੇ ਗੁਰਮਤ ਮਾਰਗ ਦੀ ਸਭ ਤੋਂ ਪਹਿਲਾਂ ਜਿਸ ਨੂੰ ਦੀਖਿਆ ਦਿੱਤੀ ਉਹ ਇੱਕ ਔਰਤ ਹੈ। ਗੋਰਖ ਹੋਇਆ 11ਵੀਂ ਸਦੀ ਵਿੱਚ, ਜੋਗੀਆਂ ਦਾ ਵਡੇਰਾ। ਉਹਨੇ ਪਤਾ ਔਰਤ ਨੂੰ ਕੀ ਲਿਖਿਆ? ਬਘਿਆੜਨ। ਉਹਦੀ ਅਜੇ ਵੀ ਲਿਖਤ ਮਿਲ ਜਾਂਦੀ ਹੈ, ਗੋਰਖ ਬਾਣੀ ਦੇ ਨਾਂ ਹੇਠ ਪ੍ਰਚਲਿਤ ਹੈ। ਉਹ ਔਰਤ ਨੂੰ ਰੁਤਬਾ ਦਿੰਦਾ ਬਘਿਆੜਨ। ਬਾਗਣ ਸ਼ਬਦ ਵਰਤਦਾ, ਬਾਗਣ ਦਾ ਮਤਲਬ ਬਘਿਆੜਨ ਹੁੰਦਾ। ਉਹ ਕਹਿੰਦੇ ਔਰਤ ਜਿੰਦ ਲੈ ਔਰਤ ਬਿੰਦ ਲੈ ਔਰਤ ਹਮਰੀ ਕਾਇਆ ਇਨ ਬਾਗਨ ਤਰੈ ਲੋਈ ਖਾਈ ਇਉਂ ਕਹਿ ਗੋਰਖ ਰਾਏ। ਕਹਿੰਦਾ ਇਹ ਤੁਹਾਡੇ ਈਮਾਨ ਨੂੰ ਭੰਗ ਕਰ ਦਿੰਦੀ ਹੈ, ਮੋਹ ਮਾਇਆ ਦਾ ਜਾਲ ਹੈ, ਕਾਮ ਵਾਸ਼ਨਾ ਦਾ ਪੁਤਲਾ ਹੈ। ਬੜੇ ਸ਼ਬਦ ਨੇ, ਉਹਨੂੰ ਐਕਸਪਲੇਨ ਕਰਨ ਲਈ ਜਿੰਨੇ ਮਰਜ਼ੀ ਲੈ ਲਈਏ। ਕਿਸੇ ਨੇ ਆਖਿਆ ਕਾਗਦ ਸੰਧੀ ਪੂਤਰੀ ਤਉ ਨਾ ਤਰਿਆ ਨਿਹਾਰ। ਕਾਗਜ਼ ਦੀ ਵੀ ਬਣਾਈ ਹੋਵੇ ਨਾ, ਪੁਤਲਾ ਬਣਾਇਆ ਹੋਵੇ ਔਰਤ ਦਾ, ਉਹਨੂੰ ਵੀ ਵੇਖਣਾ ਕੁਥਾਂ ਹੈ, ਮਾੜਾ ਹੈ। ਉਹਨੂੰ ਵੇਖ ਕੇ ਵੀ ਤੁਹਾਡੇ ਅੰਦਰ ਮੰਦੀ ਵਾਸ਼ਨਾ ਉਪਜ ਸਕਦੀ ਹੈ। ਕੋਈ ਇੰਨੀ ਨਫ਼ਰਤ ਵੀ ਕਿਸੇ ਰੱਬ ਦੇ ਜੀ ਨਾਲ ਕਰ ਸਕਦਾ? ਕੋਈ ਇੰਨਾ ਵੀ ਆਪਣੇ ਅੰਦਰ ਕਿਸੇ ਦੇ ਪ੍ਰਤੀ ਹੀਣਤਾ ਪੈਦਾ ਕਰ ਸਕਦਾ? ਤੇ ਅੰਦਰ ਹੀ ਨਹੀਂ ਰੱਖੀ ਉਹਨਾਂ ਨੇ ਸ਼ਬਦਾਂ ਰਾਹੀਂ ਲਿਖ ਕੇ ਵਿਰਾਸਤ ਵਿੱਚ ਦੇ ਦਿੱਤੀ ਵੀ ਸਾਡੇ ਆ ਖਿਆਲ ਨੇ ਔਰਤ ਬਾਰੇ, ਇਹ ਔਰ ਸਦੀਆਂ ਤੱਕ ਰਹਿਣਗੇ। ਕਿਸੇ ਨੇ ਆਖਿਆ ਵੀ ਔਰਤ ਸਾਂਝੀ ਥਾਂ ਦੇ ਉੱਤੇ ਆ ਕੇ ਖੁਦਾ ਦੀ ਇਬਾਦਤ ਨਹੀਂ ਕਰ ਸਕਦੀ, ਕਿਉਂਕਿ ਉਹਦੇ ਵੱਲ ਵੇਖ ਕੇ ਦੂਸਰੇ ਦੇ ਅੰਦਰ ਫਿਤਨਾ ਕਹਿੰਦੇ ਨੇ, ਬੁਰਾਈ, ਫਿਤਨਾ ਪੈਦਾ ਹੋਣਾ। ਬਹੁਤ ਸਾਰੇ ਐਸੇ ਖਿਆਲ ਨੇ ਧਾਰਮਿਕ ਮੰਡਲ, ਮਜ਼ਹਬੀ ਮੰਡਲ ਜਗਤ ਵਿੱਚ ਵੀ ਜਿਹੜੇ ਔਰਤ ਦੇ ਪ੍ਰਤੀ ਪ੍ਰਚਲਿਤ ਨੇ। ਪਰ ਸਦਕੇ ਜਾਈਏ ਸਤਿਗੁਰੂ ਗੁਰੂ ਨਾਨਕ ਮਹਾਰਾਜ ਤੋਂ। ਉਹਨਾਂ ਨੇ ਆਪਣੇ ਧਰਮ ਦੀ ਦੀਖਿਆ, ਗੁਰਮਤ ਦੇ ਮਾਰਗ ਦਾ ਜੋ ਸਭ ਤੋਂ ਪਹਿਲਾਂ ਗਿਆਨ ਕਿਸੇ ਨੂੰ ਬਖਸ਼ਿਆ ਤੇ ਆਪਣੀ ਵੱਡੀ ਭੈਣ ਬੇਬੇ ਨਾਨਕੀ ਨੂੰ ਵਰਤਿਆ। ਔਰ ਸਾਖੀਆਂ ਪੜ੍ਹੋ, ਬੇਬੇ ਨਾਨਕੀ ਇੱਕ ਵੀ ਪਲ ਐਸਾ ਨਹੀਂ ਆਉਂਦਾ ਜੀਵਨ ਵਿੱਚ ਜਿੱਥੇ ਬੇਬੇ ਨਾਨਕੀ ਨੇ ਗੁਰੂ ਨਾਨਕ ਮਹਾਰਾਜ ਨੂੰ ਸਮਝਣ ਵਿੱਚ ਖਤਾ ਖਾਧੀ ਹੋਵੇ, ਭੁਲੇਖਾ ਖਾਧਾ ਹੋਵੇ। ਕਈਆਂ ਨੇ ਖਾਧਾ, ਕਈਆਂ ਨੂੰ ਗੁਰੂ ਨਾਨਕ ਸਾਹਿਬ ਦਾ ਰਾਜ ਛੇਤੀ ਸਮਝ ਵਿੱਚ ਨਹੀਂ ਆਇਆ। ਪਰ ਕਿਸੇ ਸਾਖੀਕਾਰ ਨੇ ਨਹੀਂ ਲਿਖਿਆ ਵੀ ਬੇਬੇ ਨਾਨਕੀ ਉਕਾਈ ਕਰ ਗਈ, ਬੇਬੇ ਨਾਨਕੀ ਜੀ ਨੂੰ ਭੁਲੇਖਾ ਲੱਗ ਗਿਆ, ਗੁਰੂ ਨਾਨਕ ਮਹਾਰਾਜ ਨੂੰ ਸਮਝਣ ਦੇ ਵਿੱਚ ਦੇਰੀ ਲੱਗ ਗਈ। ਕਮਾਲ ਦੀ ਗੱਲ ਹੈ। ਇਸ ਗੱਲ ਤੋਂ ਸਾਖੀਕਾਰ ਵੀ ਜਾਣਕਾਰ ਨੇ ਕਿ ਬੇਬੇ ਨਾਨਕੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਮਾਰਗ ਦੀ ਪਹਿਲੀ ਪਾਂਧੀ ਹੈ, ਪਹਿਲੀ ਮੁਸਾਫਰ। ਜਿਸ ਵੇਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਰਬਾਬ ਲੈਣ ਵਾਸਤੇ ਭਰੋਆਣਾ ਪਿੰਡ ਵਿੱਚ ਭਾਈ ਫਿਰੰਦੇ ਕੋਲ ਭਾਈ ਮਰਦਾਨਾ ਜੀ ਨੂੰ ਭੇਜਣਾ ਸੀ ਨਾ, ਇਸ ਤੋਂ ਪਹਿਲਾਂ ਮਹਾਰਾਜ ਨੇ ਆਪਣੇ ਸਫ਼ਰ ਦੀ ਤਿਆਰੀ ਕਰ ਲਈ। ਸਤਿਗੁਰਾਂ ਆਪਣਾ ਸਫ਼ਰ ਸੁਲਤਾਨਪੁਰ ਤੋਂ ਸ਼ੁਰੂ ਕੀਤਾ ਸੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮਾਇਆ ਦਿੱਤੀ। ਭਾਈ ਮਰਦਾਨਾ ਜੀ ਨੂੰ ਆਖਿਆ ਵੀ ਤੁਸੀਂ ਭਾਈ ਫਿਰੰਦੇ ਕੋਲੋਂ ਰਬਾਬ ਲੈ ਆਓ। ਉਹ ਰਬਾਬ ਬਣਾਉਂਦੇ ਸਨ। ਵੇਖੋ, ਪੰਜਾਬ ਦੀ ਧਰਤੀ ਦੇ ਉੱਤੇ ਵੀ ਤੰਤੀ ਸਾਜ਼ ਬਣਦੇ ਸਨ, ਜਿਹੜਾ ਅੱਜ ਤਕਰੀਬਨ ਸਾਡੇ ਵਿੱਚੋਂ 90% ਗਾਇਬ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ, ਹਾਲਾਂਕਿ ਸਾਜ਼ ਤੇ ਸਾਜ਼ ਹੀ ਹੈ, ਸਾਜ਼ ਦਾ ਮਤਲਬ ਧੁਨੀ ਪੈਦਾ ਕਰਨ ਵਾਲਾ, ਇੱਕ ਲੈ ਵਿੱਚ ਜਿਹੜਾ ਧੁਨੀ ਪੈਦਾ ਕਰਦਾ, ਨਿਯਮਬੱਧ ਧੁਨੀ ਪੈਦਾ ਕਰਦਾ। ਪਰ ਇਹ ਵਿਰਾਸਤ ਦੀਆਂ ਨਿਸ਼ਾਨੀਆਂ ਵੀ ਹੁੰਦੀਆਂ ਨੇ ਕੁਝ ਚੀਜ਼ਾਂ। ਤੇ ਮਹਾਰਾਜ ਨੇ ਜਿਸ ਵੇਲੇ ਭੇਜਣਾ ਚਾਹਿਆ ਤੇ ਬੇਬੇ ਨਾਨਕੀ ਜੀ ਨੇ ਆਪਣੇ ਕੋਲੋਂ ਮਾਇਆ ਦਿੱਤੀ। ਆਖਿਆ ਵੀ ਇਹ ਮਾਇਆ ਤੁਸੀਂ ਵਰਤਣੀ ਹੈ ਇਸ ਰਬਾਬ ਵਾਸਤੇ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ ਬੇਬੇ ਜੀ ਤੁਸੀਂ ਰਹਿਣ ਦਿਓ, ਚੰਗਾ ਨਹੀਂ ਲੱਗਦਾ। ਸਮਾਜ ਦੇ ਕੋਈ ਦਸਤੂਰ ਅਮਲ ਹੁੰਦੇ ਨੇ, ਸਮਾਜ ਦੀਆਂ ਕੋਈ ਤਰਜੀਹਾਂ ਹੁੰਦੀਆਂ ਨੇ, ਕੋਈ ਨਿਯਮ ਹੁੰਦੇ। ਮੈਂ ਤੁਹਾਡੇ ਕੋਲੋਂ, ਮੇਰੇ ਕੋਲ ਮਾਇਆ ਹੈ, ਤੁਹਾਡੇ ਕੋਲੋਂ ਮਾਇਆ ਲੈਂਦਾ ਇਸ ਤਰ੍ਹਾਂ ਮੈਂ ਸ਼ੋਭਦਾ ਨਹੀਂ। ਤੇ ਬੇਬੇ ਨਾਨਕੀ ਜੀ ਨੇ ਪਤਾ ਕੀ ਆਖਿਆ? ਆਪਣੇ ਛੋਟੇ ਵੀਰ ਸਤਿਗੁਰੂ ਗੁਰੂ ਨਾਨਕ ਮਹਾਰਾਜ ਨੂੰ ਆਖਿਆ, ਸਮਾਂ ਤੇ ਸਥਾਨ ਤੇ ਹਾਲਾਤ ਕੁਝ ਐਸੇ ਨੇ, ਮੈਂ ਤੁਹਾਡੇ ਨਾਲ ਸਫ਼ਰ ਉੱਤੇ ਇਸ ਮਹਾਨ ਸੇਵਾ 'ਚ ਯੋਗਦਾਨ ਨਹੀਂ ਪਾ ਸਕਦੀ, ਪਰ ਮੈਂ ਚਾਹੁੰਦੀ ਹਾਂ
ਵੀ ਇਸ ਰਬਾਬ ਦੀ ਸੇਵਾ ਮੇਰੇ ਵੱਲੋਂ ਹੋਏ। ਖੌਰੇ ਇਸ ਰਬਾਬ ਦੇ ਨਾਲ ਕਿੰਨੇ ਡੁੱਬਦੇ ਹੋਏ ਮਨੁੱਖਾਂ ਨੂੰ ਸ਼ਬਦ ਦਾ ਸਹਾਰਾ ਮਿਲਣਾ, ਕਿੰਨੇ ਤਪਦੇ ਹੋਏ ਹਿਰਦੇ ਠਰਨੇ ਨੇ, ਕਿੰਨੀ ਇਬਾਦਤ ਹੋਣੀ ਹੈ ਇਸ ਦੇ ਧੁਨ ਦੇ ਨਾਲ। ਇਸ ਕਰਕੇ ਇੰਨੀ ਕੁ ਤੇ ਸੇਵਾ ਮੇਰੀ ਕਰਨੀ ਬਣਦੀ ਹੈ। ਬੜਾ ਉੱਚਾ ਦਰਸ਼ਕ ਜੀਵਨ। ਤੇ ਜਦੋਂ ਅਸੀਂ ਗੱਲ ਮਾਤਾ ਨਾਨਕੀ ਜੀ ਦੀ ਕਰੀਏ, ਯਾਦ ਰੱਖਣਾ ਧੰਨ ਸਤਿਗੁਰੂ ਗੁਰੂ ਤੇਗ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਜੀਵਨ ਨੂੰ ਪੜ੍ਹੀਏ। ਸਤਿਗੁਰੂ ਨੇ 4 ਵੱਡੀਆਂ ਤੇ ਇੱਕ ਛੋਟੀ, ਕੁੱਲ ਮਿਲਾ ਕੇ 5 ਜੰਗਾਂ ਆਪਣੇ ਜੀਵਨ ਵਿੱਚ ਕੀਤੀਆਂ। ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਾਨੂੰ ਕੌਮੀ ਤੌਰ ਦੇ ਉੱਤੇ ਸਾਡਾ ਉਹ ਸਟਰਕਚਰ ਬਣਾਇਆ ਜਿਸ ਨੂੰ ਬਾਅਦ ਵਿੱਚ 10ਮ ਪਾਤਸ਼ਾਹ ਮਹਾਰਾਜ ਨੇ ਖਾਲਸਾ ਰੂਪ ਵਿੱਚ ਪ੍ਰਗਟ ਕੀਤਾ। ਇਹਦੀ ਵਿਚਾਰ ਆਪਾਂ ਪਿਛਲੇ ਦੀਵਾਨ ਵਿੱਚ ਸਾਂਝੀ ਕੀਤੀ ਸੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਫ਼ਰ ਸੁਖਾਵੇਂ ਨਹੀਂ ਸਨ, ਬੜੇ ਕਠਨ ਪੈਂਡੇ ਸਨ। ਉਹਨਾਂ ਨੇ ਸਾਨੂੰ ਅਕਾਲ ਤਖਤ ਸਾਹਿਬ ਪ੍ਰਗਟ ਕਰਕੇ ਦਿੱਤਾ। ਉਹਨਾਂ ਸਿੱਖ ਫੌਜ ਦਾ ਗਠਨ ਕੀਤਾ, ਉਹਨਾਂ ਨਿਸ਼ਾਨ ਚਲਾਏ, ਉਹਨਾਂ ਸ਼ਿਕਾਰ ਖੇਡੇ, ਉਹਨਾਂ ਸਮੇਂ ਦੀ ਸ਼ਾਹੀ ਨੂੰ ਵੰਗਾਰ ਪਾਈ। ਤੇ ਗਰੀਬ ਨਵਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਮੁੱਚੇ ਸਫ਼ਰ ਦੇ ਵਿੱਚ ਜੇ ਮਾਤਾ ਨਾਨਕੀ, ਉਹਨਾਂ ਦੀ ਪਤਨੀ ਦਾ, ਉਹਨਾਂ ਦੇ ਮਹਿਲ, ਉਹਨਾਂ ਦਾ ਜੀਵਨ ਪੜ੍ਹੀਏ ਤੇ ਕਿੰਨੀ ਵੱਡੀ ਘਾਲਣਾ। ਮਾਤਾ ਨਾਨਕੀ ਜੀ ਦੇ ਘਰ 5 ਪੁੱਤਰ ਤੇ 1 ਧੀ ਨੇ ਜਨਮ ਲਿਆ। ਬਾਬਾ ਗੁਰਦਿੱਤਾ ਜੀ, ਬਾਬਾ ਅਣੀ ਰਾਏ ਜੀ, ਬਾਬਾ ਅਟਲ ਰਾਏ ਜੀ, ਬਾਬਾ ਸੂਰਜਮਲ ਜੀ ਅਤੇ ਬਾਬਾ ਤਿਆਗਮਲ ਅਥਵਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ। ਤੇ 1 ਧੀ ਨੇ ਬੀਬੀ ਵੀਰੋ ਨੇ ਜਨਮ ਲਿਆ। ਸਭ ਤੋਂ ਛੋਟੇ ਸਨ ਗੁਰੂ ਤੇਗ ਬਹਾਦਰ ਸਾਹਿਬ, ਉਹਨਾਂ ਤੋਂ ਵੱਡੇ ਸਨ 4 ਭਰਾ ਤੇ 1 ਭੈਣ। ਇਤਿਹਾਸ ਵਿੱਚ ਜੋ ਤਰੀਕ ਅੰਕਿਤ ਹੈ 5 ਵਿਸਾਖ 1678 ਬਿਕਰਮੀ, 1621 ਈਸਵੀ ਬਣਦਾ, ਕਿਉਂਕਿ ਬਿਕਰਮੀ ਦਾ ਤੇ ਈਸਵੀ ਦਾ 57 ਸਾਲ ਦਾ ਫਰਕ ਹੈ। ਵਿਸਾਖ ਸੁਦੀ 5, ਜਿਹੜਾ ਸੁਦੀ ਸ਼ਬਦ ਹੈ ਇਹਦਾ ਮਤਲਬ ਹੁੰਦਾ ਚਾਨਣਾ ਪੱਕ। ਜਦੋਂ ਮੱਸਿਆ ਤੋਂ ਪੂਰਨਮਾਸ਼ੀ ਵੱਲ ਨੂੰ ਤਿੱਥਾਂ ਸਫ਼ਰ ਕਰਦੀਆਂ ਨੇ, ਇਹਨੂੰ ਚਾਨਣਾ ਪੱਖ, ਉਹਨੂੰ ਸੁਦੀ ਕਹਿੰਦੇ। ਤੇ ਜਿਸ ਵੇਲੇ ਪੂਰਨਮਾਸ਼ੀ ਵਾਲੇ ਦਿਨ ਤੋਂ ਲੈ ਕੇ ਅਗਲੇ ਦਿਨ ਪਹਿਲੀ ਥਿੱਤ ਵੀ ਉਹਨੂੰ ਕਿਹਾ ਜਾਂਦਾ, ਤਿੱਥ ਵੀ ਕਿਹਾ ਜਾਂਦਾ। ਬਾਣੀ ਵਿੱਚ ਥਿੱਤੀ ਗੌੜੀ ਹੈ, ਉਹਨੂੰ ਥਿੱਤਾਂ ਜਿਹੜੀਆਂ ਚੰਦਰਮਾ ਦੀਆਂ ਤਰੀਕਾਂ ਉਹਨੂੰ ਥਿੱਤਾਂ ਕਹਿੰਦੇ ਨੇ। ਯਾਦ ਵਿੱਚ ਰੱਖੀਏ, ਇਹ ਸਾਡੇ ਲਿਖਤਾਂ ਵਿੱਚ ਬਾਰ-ਬਾਰ ਆਉਂਦਾ, ਇਸ ਕਰਕੇ ਮੈਂ ਥੋੜ੍ਹਾ ਜਿਹਾ ਇਸ ਬਾਰੇ ਚਰਚਾ ਕਰ ਰਿਹਾ ਹਾਂ ਕਿ ਜਿਹੜਾ ਪੂਰਨਮਾਸ਼ੀ ਤੋਂ ਜਦੋਂ ਮੱਸਿਆ ਵਾਲੇ ਦਿਨ ਨੂੰ 15 ਦਿਨ ਹੋਣੇ ਨੇ, ਉਹਨੂੰ ਹਨੇਰਾ ਪੱਖ ਕਿਹਾ ਜਾਂਦਾ। ਜਿਉਂ ਹਨੇਰਾ ਵੱਧਦਾ ਜਾਣਾ, ਚੰਦਰਮਾ ਦੀ ਲੋ ਘਟਦੀ ਜਾਣੀ ਹੈ। ਮੱਸਿਆ ਦੀ ਰਾਤ ਕਾਲੀ ਬੋਲੀ ਰਾਤ ਮੰਨੀ ਜਾਂਦੀ ਹੈ। ਪੂਰਨਮਾਸ਼ੀ ਦੀ ਰਾਤ ਜਿਹੜੀ ਆ ਉਹ ਚਾਨਣੀ ਮੰਨੀ ਜਾਂਦੀ। ਪੂਰਨਮਾ ਪੂਰਿਓ ਚਾਂਦੇ ਆਕਾਸ਼, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਹੈ। ਉਹਨੂੰ ਵਦੀ ਕਿਹਾ ਜਾਂਦਾ, ਵਦੀ। ਸੁਦੀ ਚਾਨਣੇ ਪੱਖ ਨੂੰ ਕਿਹਾ ਜਾਂਦਾ ਹੈ ਤੇ ਵਦੀ ਹਨੇਰੇ ਪੱਖ ਨੂੰ ਕਿਹਾ ਜਾਂਦਾ ਹੈ। ਕੁੱਲ ਮਿਲਾ ਕੇ 30 ਤਿੱਥਾਂ ਹੋ ਜਾਂਦੀਆਂ ਨੇ, 15 ਮੱਸਿਆ ਤੋਂ ਪੂਰਨਮਾਸ਼ੀ ਤੱਕ ਤੇ 15 ਪੂਰਨਮਾਸ਼ੀ ਤੋਂ ਮੱਸਿਆ ਤੱਕ। ਜਿਹੜੀ ਸਾਡੀ ਧਰਤੀ ਹੈ ਸੂਰੀ ਦੁਆਲੇ ਘੁੰਮਦੀ ਹੈ, ਤੇ ਜਿਹੜਾ ਚੰਦਰਮਾ ਦੀ ਜਿਹੜੀ ਦਿਸ਼ਾ ਹੈ ਉਹ ਧਰਤੀ ਦੁਆਲੇ ਘੁੰਮਦਾ। ਦੋਵਾਂ ਦੇ ਚੱਕਰ ਦਾ ਫਰਕ ਪੈਂਦਾ। ਇਹ ਉਵੇਂ ਵੀ ਜਿਵੇਂ ਕਿਸੇ ਨੂੰ ਲਕੀਰ ਇੱਕ ਚੱਕਰ ਬਣਾ ਕੇ ਦਿੱਤਾ ਜਾਏ, ਇੱਕ ਨੂੰ ਛੋਟਾ ਤੇ ਇੱਕ ਨੂੰ ਵੱਡਾ, ਤੇ ਜਿਹੜਾ ਵੱਡਾ ਘੁੰਮੇਗਾ ਉਹਦਾ ਟਾਈਮ ਵੱਧ ਲੱਗੇਗਾ, ਜਿਹੜਾ ਛੋਟਾ ਘੁੰਮੇਗਾ ਉਹਦਾ ਸਮਾਂ ਘੱਟ ਲੱਗੇਗਾ। ਇਹਨੂੰ ਸੌਖੇ ਢੰਗ ਨਾਲ ਸਮਝੋ। ਔਸਤਨ ਜੇ ਮਿੰਟਾਂ ਸਕਿੰਟਾਂ ਦੀ ਗੱਲ ਨਾ ਕਰੀਏ ਤੇ ਔਸਤਨ 11 ਕੁ ਦਿਨ ਜਿਹੜਾ ਹੈ ਚੰਦਰਮਾ ਦਾ ਸਾਲ ਸੂਰਜ ਦੇ ਸਾਲ ਨਾਲੋਂ ਛੋਟਾ ਹੁੰਦਾ। ਆਪਾਂ ਜਿਸ ਵੇਲੇ ਬੱਸਾਂ ਚੋਂ ਜਾਂ ਦੁਕਾਨਾਂ ਤੋਂ ਲੈ ਕੇ ਜੰਤਰੀਆਂ ਪੜ੍ਹਦੇ ਸਨ, ਉਹ 'ਚ ਸਾਰਾ ਕੁਝ ਹੀ ਭਰਿਆ। ਆਪਾਂ ਕਦੇ ਨਹੀਂ ਸਾ ਵੇਖਦੇ 'ਚ ਪੰਚਕਾਂ ਲਿਖੀਆਂ ਨੇ, ਇਹਦੇ 'ਚ ਪੰਚਾਂਗ ਲਿਖੀ ਹੈ, ਇਹਦੇ 'ਚ ਥਿੱਤੀ ਵਦੀ ਸੁਦੀ ਲਿਖਿਆ ਹੈ, ਇਹਦੇ ਸੰਗਰਾਂਦਾਂ ਲਿਖੀਆਂ ਨੇ। ਉਹ ਆਪਾਂ ਤਾਂ ਤਰੀਕ ਹੀ ਪੜ੍ਹ ਲੈਂਦੇ ਸੀ ਬਈ ਇੱਥੇ ਲਿਖਿਆ ਤੇ ਠੀਕ ਹੈ। ਪਰ ਤੁਸੀਂ ਜੰਤਰੀ ਚੁੱਕ ਕੇ ਵੇਖੋ, ਅੱਜ ਦੀਆਂ ਸ਼ਬਦੀਆਂ ਵੀ 1 ਮਹੀਨੇ ਦੇ ਵਿੱਚ ਕਈ ਵਾਰ ਸੁਦੀ ਚੱਲੀ ਜਾਂਦੀ ਹੈ ਲਗਾਤਾਰ। ਵਦੀ ਉਹ ਕਵਰ ਅਪ ਕਰਨ ਵਾਸਤੇ, ਜਿਹੜੇ 11 ਦਿਨ ਦਾ ਮਹੀਨਾ ਇਹਦਾ ਛੋਟਾ ਹੈ ਸੂਰਜ ਦੇ ਨਾਲੋਂ, ਉਹਨੂੰ ਕਵਰ ਅਪ ਕਰਨਾ। ਇਸ ਕਰਕੇ ਇਹਦਾ ਫਰਕ ਪੈਂਦਾ ਰਹਿੰਦਾ। ਖੈਰ ਮੈਂ ਇਸ ਪਾਸੇ ਨਾ ਜਾਵਾਂ। 5 ਵਿਸਾਖ 1621 ਈਸਵੀ ਤੇ 1678 ਬਿਕਰਮੀ ਨੂੰ
ਅੰਮ੍ਰਿਤਸਰ ਦੀ ਧਰਤੀ 'ਤੇ ਮਾਤਾ ਨਾਨਕੀ ਜੀ ਦੀ ਕੁੱਖ ਤੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਗ੍ਰਹਿ ਵਿਖੇ ਬਾਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ। ਤਾਰੀਖਦਾਨ ਲਿਖਦੇ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਤਿਗੁਰੂ ਉਸ ਵੇਲੇ ਅੰਮ੍ਰਿਤ ਵੇਲਾ ਸੀ, ਦਰਬਾਰ ਸਾਹਿਬ ਦੇ ਵਿੱਚ ਗੁਰਬਾਣੀ ਦੇ ਕੀਰਤਨ ਦਾ ਪ੍ਰਵਾਹ ਚੱਲ ਰਿਹਾ ਸੀ। ਸਮਾਪਤੀ ਉਪਰੰਤ ਉਹਨਾਂ ਨੂੰ ਖਬਰ ਮਿਲੀ, ਉਹਨਾਂ ਆਪਣੇ ਪੁੱਤਰ ਦਾ ਮੁਖੜਾ ਵੇਖਿਆ। ਬੜੀਆਂ ਮਹਾਨ ਸ਼ਖਸੀਅਤਾਂ ਸਨ ਜਿਨ੍ਹਾਂ ਦੀ ਰਹਿਨੁਮਾਈ, ਜਿਨ੍ਹਾਂ ਦੀ ਹਜ਼ੂਰੀ, ਜਿਨ੍ਹਾਂ ਦੀ ਗੋਦ ਵਿੱਚ ਬੈਠ ਕੇ ਬਾਬਾ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਬਚਪਨ ਤੋਂ ਲੈ ਕੇ ਗੁਰਮਤਿ ਦੀ ਸਿੱਖਿਆ ਗ੍ਰਹਿਣ ਕੀਤੀ। ਭਾਈ ਗੁਰਦਾਸ ਜੀ ਬਿਰਧ ਅਵਸਥਾ ਵਿੱਚ ਸਨ, ਬਾਬਾ ਬੁੱਢਾ ਸਾਹਿਬ ਜੀ ਬਿਰਧ ਅਵਸਥਾ ਵਿੱਚ ਸਨ। ਐਸੇ ਮਹਾਨ ਬਜ਼ੁਰਗਾਂ ਦੀ ਸੰਗਤ, ਸੋਹਬਤ, ਨੇੜਤਾ, ਪ੍ਰੇਮ, ਗਿਆਨ, ਉਪਦੇਸ਼ ਬਾਲ ਤੇਗ ਬਹਾਦਰ ਸਾਹਿਬ ਜੀ ਨੂੰ ਬਚਪਨ ਵਿੱਚ ਪ੍ਰਾਪਤ ਹੋਏ। ਬੜੀਆਂ ਘਟਨਾਵਾਂ ਨੇ ਜੇ ਉਹਨਾਂ ਦਾ ਵਿਸ਼ਲੇਸ਼ਣ ਕਰੀਏ। ਬਾਲਪਨ ਦੀ ਅਵਸਥਾ ਜਦੋਂ ਉਹਨਾਂ ਦੇ ਛੋਟੇ ਵੱਡੇ ਭਰਾਤਾ ਬਾਬਾ ਟਲ ਰਾਏ ਅੰਮ੍ਰਿਤਸਰ ਵਿੱਚ ਹੀ ਚਲਾਣਾ ਕਰ ਗਏ ਸਨ। ਵੱਡੀਆਂ ਵੱਡੀਆਂ ਗੁਰਮੁਖ ਰੂਹਾਂ ਦਾ ਜਿਨ੍ਹਾਂ ਗੁਰੂ ਨਾਨਕ ਸਾਹਿਬ ਦੇ ਦੀਦਾਰੇ ਪਾਏ ਸਨ, ਜਿਨ੍ਹਾਂ ਨੇ 6 ਪਾਤਸ਼ਾਹੀਆਂ ਦਾ ਸਮਾਂ ਕਾਰਜ ਸਭ ਕੁਝ ਤੱਕਿਆ ਸੀ ਨੇੜਿਓਂ ਹੋ ਕੇ, ਜਿਨ੍ਹਾਂ ਦੇ ਜ਼ਿੰਦਗੀ ਦੇ ਤਜਰਬੇ ਹੀ ਸਦੀਆਂ ਦੇ ਇਤਿਹਾਸ ਵਰਗੇ ਸਨ। ਬਾਬਾ ਬੁੱਢਾ ਜੀ ਦਾ ਜੀਵਨ ਹੀ ਲੈ ਲਓ। ਗੁਰੂ ਨਾਨਕ ਸਾਹਿਬ ਤੋਂ ਦਰਸ਼ਨ ਕੀਤੇ ਨੇ 6ਵੀਂ ਪਾਤਸ਼ਾਹੀ ਤੱਕ। 6ਵੀਂ ਪਾਤਸ਼ਾਹੀ ਤੱਕ ਦਾ ਸਾਰਾ ਜਿੰਨਾ ਇਤਿਹਾਸ ਹੈ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਕਿੰਨਾ ਡੂੰਘਾ ਤਜਰਬਾ ਰੱਖਦਾ। ਅੱਜ ਆਪਾਂ ਇੱਕ ਇੱਕ ਘਟਨਾ ਦਾ ਵਿਸ਼ਲੇਸ਼ਣ ਕਰੀਏ ਕਿੰਨਾ ਵਕਤ ਲੱਗ ਜਾਂਦਾ, ਕਿੰਨੀਆਂ ਤਾਰੀਖਾਂ ਪੜ੍ਹਨੀਆਂ ਪੈਂਦੀਆਂ। ਪਰ ਜਿਹੜੇ ਖੁਦ ਗਵਾਹ ਨੇ ਇਸ ਗੱਲ ਦੇ, ਭਾਈ ਗੁਰਦਾਸ ਜੀ ਵਰਗੇ ਮਹਾਨ ਲਿਖਾਰੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਲਿਖਾਰੀ, ਜਿਨ੍ਹਾਂ ਦੀਆਂ ਲਿਖਤਾਂ ਸਿੱਖ ਪੰਥ ਵਿੱਚ ਸਤਿਕਾਰੀਆਂ ਜਾਂਦੀਆਂ ਨੇ, ਜਿਨ੍ਹਾਂ ਨੇ ਪ੍ਰਚਾਰ ਕੀਤਾ ਦੂਰ ਦਰਾਜ ਤੱਕ ਫਿਰ ਕੇ, ਕਠਿਨ ਸਫ਼ਰ ਝਾ ਕੇ, ਬਾਦਸ਼ਾਹੀ ਦਰਬਾਰ ਵਿੱਚ ਜਾ ਕੇ ਵੀ ਜਿਨ੍ਹਾਂ ਨੇ ਗੁਰਮਤਿ ਦੇ ਪੱਖ ਦੀ ਸਿੱਧਤਾ ਕੀਤੀ, ਬਨਾਰਸ ਤੇ ਕਾਂਸ਼ੀ ਦੇ ਧਰਤੀ ਦੇ ਉੱਤੇ ਪੰਡਤਾਂ ਦੀ ਸੱਜੀ ਹੋਈ ਸਭਾ ਦੇ ਵਿੱਚ ਜਿਨ੍ਹਾਂ ਨੇ ਗੁਰਮਤਿ ਦੇ ਪੱਖ ਦੇ ਉੱਤੇ ਬੇਝਿਜਕ ਹੋ ਕੇ ਚਾਨਣਾ ਪਾਇਆ, ਐਸੀ ਸ਼ਖਸੀਅਤ ਭਾਈ ਗੁਰਦਾਸ ਜੀ। ਉਹਨਾਂ ਦੀ ਨੇੜਤਾ ਸਾਹਿਬਜ਼ਾਦਾ ਤੇਗ ਬਹਾਦਰ ਸਾਹਿਬ ਜੀ ਨੂੰ ਬਚਪਨ ਵਿੱਚ ਮਿਲੀ। ਉਹ ਸਿੱਖਿਆ ਦਾਤੇ ਸਨ, ਸ਼ਸਤਰ ਵਿੱਦਿਆ ਵੀ ਸਿੱਖੀ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਿਸ ਵੇਲੇ ਕਰਤਾਰਪੁਰ ਦੀ ਜੰਗ ਲੜੀ, ਉਹ ਪਾਇੰਦੇ ਖਾਨ ਨਾਲ ਸੀ, ਪਠਾਨ ਸੀ। ਬਚਪਨ ਦੇ ਵਿੱਚ ਅਨਾਥ ਹੋ ਗਿਆ। ਮਾਮਾ ਕਾਲੇ ਖਾਂ ਇਸ ਨੂੰ ਪਾਲਦਾ ਸੀ। ਘਰ ਦੀਆਂ ਤੰਗੀਆਂ ਤੁਰਸ਼ੀਆਂ ਕਾਰਨ ਉਹਨੇ ਯੋਗ ਸਮਝਿਆ ਵੀ ਪਾਇੰਦੇ ਖਾਨ ਨੂੰ ਗੁਰੂ ਸਾਹਿਬ ਜੀ ਦੀ ਹਜ਼ੂਰੀ 'ਚ ਭੇਜ ਦਿੱਤਾ ਜਾਏ, ਪੜ੍ਹ ਵੀ ਜਾਏਗਾ, ਪੈਰਾਂ ਸਿਰ ਖੜਾ ਹੋ ਜਾਏਗਾ, ਆਸਰਾ ਲੱਭਿਆ। ਉਹ ਮਹਾਰਾਜ ਕੋਲ ਲਿਆਇਆ ਤੇ ਸਤਿਗੁਰੂ ਨੇ ਪਾਇੰਦੇ ਖਾਨ ਦੀ ਪਾਲਣਾ ਕੀਤੀ। ਉਹਦੇ ਲਈ ਇੱਕ ਉਸਤਾਦ ਮੁਕਰਰ ਕੀਤਾ ਵੀ ਇਹਨੂੰ ਸਤਸੰਗ ਵੀ ਕਰਾਓ, ਇਹਨੂੰ ਕੁਰਾਨ ਵੀ ਪੜ੍ਹਾਓ, ਇਹਨੂੰ ਦੱਸੋ ਵੀ ਇਹਦਾ ਮਜ਼ਹਬ ਕੀ। ਕੱਲ੍ਹ ਨੂੰ ਕੋਈ ਇਹ ਨਾ ਆਖੇ ਵੀ ਰੋਟੀ ਪਾਣੀ ਤੇ ਛੋਟੇ ਬੱਚੇ ਦੀ ਪਰਵਰਿਸ਼ ਕਰਦਿਆਂ ਇਹਦਾ ਮਜ਼ਹਬ ਹੀ ਤਬਦੀਲ ਕਰ ਦਿੱਤਾ। ਅੱਜ ਵੇਖੋ ਮਜ਼ਹਬਾਂ 'ਚ ਕਿੰਨੀ ਦੌੜ ਹੈ। ਸਕੂਲਾਂ 'ਚ ਕਾਪੀਆਂ ਪੈਨਸਲ ਦੇ ਕੇ ਹੀ ਅਗਲੇ ਆਪਣਾ ਕੁਝ ਪੜ੍ਹਾ ਜਾਂਦੇ ਨੇ, ਕੁਝ ਸਿਖਾ ਜਾਂਦੇ ਨੇ, ਔਰ ਦੌੜ ਲੱਗੀ ਹੋਈ ਹੈ ਧਾਰਮਿਕ ਸੰਸਥਾਵਾਂ ਵਿੱਚ ਵੀ ਸਾਡੇ ਸਿਰਾਂ ਦੀ ਗਿਣਤੀ ਵੱਧ ਜਾਏ, ਸਾਡੇ ਮਜ਼ਹਬ ਦੀ ਗਿਣਤੀ ਦੂਜੇ ਮਜ਼ਹਬ ਨਾਲੋਂ ਵੱਧ ਜਾਏ। ਸੇਵਾ, ਮਨੁੱਖਤਾ ਦਾ ਭਲਾ, ਉਹ ਚੀਜ਼ਾਂ ਦੇ ਪਿੱਛੇ ਵੀ ਕਿੰਨਾ ਕੁਝ ਲੁਕਿਆ ਹੋਇਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਪਾਇੰਦੇ ਖਾਂ ਵਾਸਤੇ ਉਸਤਾਦ ਮੁਕਰਰ ਕੀਤਾ ਵੀ ਇਹਨੂੰ ਪੜ੍ਹਾਓ, ਸਿਖਾਓ। ਸੰਸਾਰ ਬੜੀ ਵੱਡੀ ਤਿਲਕਣਬਾਜ਼ੀ ਹੈ। ਚੁਗਲੀਆਂ ਚੁੱਕਣਾ, ਤੁਹਾਡੇ ਅੰਦਰ ਜੇ ਵਿਸ਼ਵਾਸ ਵਫਾਦਾਰੀ ਦੀ ਘਾਟ ਹੈ ਤੇ ਥੋੜੇ ਦਾ ਕੰਮ ਕਰਦੀਆਂ ਨੇ, ਕੁਹਾੜੇ ਦਾ ਕੰਮ ਕਰਦੀਆਂ ਤੁਹਾਡੇ ਸੰਬੰਧ ਨੂੰ ਤੋੜਨ ਵਾਸਤੇ। ਉਹ ਵੀ ਵਕਤ ਆਇਆ ਜਦੋਂ ਸਰਕਾਰੀ ਧਿਰ ਨਾਲ ਗੱਠਜੋੜ ਕਰਕੇ ਤਾਕਤ ਦੇ ਗਰੂਰ ਤੇ ਹੰਕਾਰ ਦੇ ਵਿੱਚ ਪਾਇੰਦੇ ਖਾਨ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਖਿਲਾਫ ਹੀ ਇੱਕ ਜੰਗ ਵਿੱਚ ਸ਼ਾਮਲ ਹੋਣਾ ਪ੍ਰਵਾਨ ਕਰ ਲਿਆ। ਜਦੋਂ ਸਤਿਗੁਰੂ ਦੇ ਆਹਮਣੇ ਸਾਹਮਣੇ ਹੋਇਆ ਤਾਂ ਮਹਾਰਾਜ ਨੇ ਆਖਿਆ, ਪਾਇੰਦੇ ਖਾਂ ਹਮਲਾਵਰ ਤੂੰ ਹੋਇਆ, ਹਮਲਾਵਰ ਫੌਜ ਦਾ ਜਰਨੈਲ ਬਣ ਕੇ, ਤੇਰਾ ਅਧਿਕਾਰ ਬਣ, ਤੂੰ ਪਹਿਲਾਂ ਵਾਰ ਕਰ ਲੈ। ਲੜਨ ਤੁਸੀਂ ਆਏ, ਮੈਂ ਤਾਂ ਨਹੀਂ ਆਇਆ, ਤੂੰ ਪਹਿਲਾਂ ਵਾਰ ਕਰ ਲੈ। 3 ਵਾਰ ਉਹਨੇ ਕੀਤੇ। ਉਹਨੂੰ ਆਪਣੀ ਤਾਕਤ ਦਾ ਗਰੂਰ ਸੀ। ਤਾਰੀਖਦਾਨ ਲਿਖਦੇ ਨੇ ਵੀ ਮਹਾਰਾਜ ਜਿਸ ਵੇਲੇ ਮੱਲ ਅਖਾੜਾ ਸਜਾਉਂਦੇ ਸਨ ਨਾ, ਇਹ ਗੁਰੂ ਅੰਗਦ ਸਾਹਿਬ ਨੇ ਸਾਡੇ ਸ਼ੁਰੂ ਕੀਤਾ। ਜਵਾਨੀ ਨੂੰ, ਬਚਪਨੇ ਨੂੰ ਸਾਂਭਣ ਲਈ 2 ਚੀਜ਼ਾਂ ਸ਼ੁਰੂ ਕੀਤੀਆਂ ਮਹਾਰਾਜ ਨੇ।
ਇੱਕ ਤਾਂ ਸਕੂਲ ਗੁਰਮੁਖੀ ਦਾ ਸ਼ੁਰੂ ਕੀਤਾ ਖਡੂਰ ਸਾਹਿਬ ਦੀ ਧਰਤੀ ਤੇ ਦੂਜਾ ਮੱਲ ਅਖਾੜਾ ਸ਼ੁਰੂ ਕੀਤਾ। ਵਿੱਦਿਆ ਤੇ ਤਾਕਤ ਦੁਨੀਆ ਦੀਆਂ ਸਭ ਤੋਂ ਬਿਹਤਰੀਨ ਚੀਜ਼ਾਂ ਨੇ। ਜਿਹੜੀ ਕੌਮ ਕੋਲ ਵਿੱਦਿਆ ਹੈ, ਜਿਹੜੀ ਕੌਮ ਕੋਲ ਤਾਕਤ ਹੈ, ਜਿਸ ਕੌਮ ਨੇ ਆਪਣਾ ਬਚਪਨ ਸਾਂਭ ਲਿਆ ਤੇ ਆਪਣੀ ਜਵਾਨੀ ਸਾਂਭ ਲਈ, ਉਹ ਕਦੇ ਲੜ ਖੜਾਉਂਦੀ ਨਹੀਂ। ਵੇਖੋ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਕਿੰਨੀ ਤੀਖਣ ਸੋਚ ਹੈ। ਉਹਨਾਂ ਨੇ ਗੁਰਮੁਖੀ ਦਾ ਸਕੂਲ ਖੋਲ੍ਹਿਆ, ਪਾਠਸ਼ਾਲਾ ਖੋਲ੍ਹੀ ਔਰ ਆਪ ਪੜ੍ਹਾਇਆ। ਉਹਦੇ ਵਿੱਚ ਮੱਲ ਅਖਾੜੇ ਸਜਾਏ ਔਰ ਆਪ ਉੱਥੇ ਜਵਾਨਾਂ ਦੇ ਘੋਲ ਵੇਖੇ। ਮੈਂ ਕਈ ਵਾਰ ਸੋਚਦਾ, ਅਸੀਂ ਜਦੋਂ ਗੁਰੂ ਹਰਗੋਬਿੰਦ ਸਾਹਿਬ ਦੀ ਫੌਜ ਦੀ ਗੱਲ ਕਰਦੇ ਹਾਂ, ਸਤਿਗੁਰੂ ਨੇ ਹੁਕਮ ਭੇਜੇ ਵੀ ਸਿੱਖ ਨੌਜਵਾਨ ਆਪਣੀਆਂ ਜਵਾਨੀਆਂ ਭੇਟ ਕਰਨ, ਸ਼ਸਤਰ ਤੇ ਘੋੜੇ ਗੁਰੂ ਦਰਬਾਰ ਵਿੱਚ ਭੇਟ ਕੀਤੇ ਜਾਣ, ਤੇ ਧੜਾ ਧੜ ਮਹਾਰਾਜ ਦੀ ਫੌਜ ਵੇਖਦਿਆਂ ਵੇਖਦਿਆਂ ਖੜੀ ਹੋ ਗਈ। ਕਿੱਥੋਂ ਆਈ ਸੀ ਉਹ? ਉਹਦੀ ਬੈਕਗਰਾਊਂਡ ਕੀ, ਉਹਦੀ ਪ੍ਰੋਡਕਸ਼ਨ ਕਿੱਥੋਂ ਹੋਈ? ਉਹ ਲੋਕ ਇੰਨੀ ਛੇਤੀ ਕਿੱਧਰੋਂ ਆ ਗਏ? ਇਹਦਾ ਮਤਲਬ ਉਹਦੀਆਂ ਜੜ੍ਹਾਂ ਕਿਤੇ ਲੱਗੀਆਂ ਹੋਈਆਂ ਨੇ। ਉਹਨਾਂ ਨੂੰ ਘੜਿਆ ਉਹਨਾਂ ਮੱਲ ਅਖਾੜਿਆਂ ਨੇ ਜਿਹੜੇ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਆਰੰਭ ਕੀਤੇ ਸਨ। ਉਹਨਾਂ ਦੇ ਅੰਦਰ ਹੁੱਬ, ਉਹਨਾਂ ਦੇ ਅੰਦਰ ਲੜਨ ਦਾ ਚਾਅ, ਉਹਨਾਂ ਦੇ ਅੰਦਰ ਸੰਘਰਸ਼ ਦੀ ਬਿਰਤੀ ਉਹਨਾਂ ਮੱਲ ਅਖਾੜਿਆਂ ਨੇ ਪੈਦਾ ਕੀਤੀ। ਔਰ ਇਹ ਲੋਕ ਕਿਹਨਾਂ ਵਿੱਚੋਂ ਸਨ? ਇਹ ਲੋਕ ਉਹ ਸਨ ਜਿਨ੍ਹਾਂ ਨੂੰ ਸਦੀਆਂ ਤੋਂ ਨੀਵੇਂ ਨੀਚ ਦੁਰਕਾਰ ਕੇ, ਇਸ ਤਰ੍ਹਾਂ ਕਹਿ ਕੇ ਦੁਰਕਾਰਿਆ ਗਿਆ, ਪਰਾਂ ਧੱਕਿਆ ਗਿਆ, ਹਾਸ਼ੀਏ ਤੋਂ ਬਾਹਰ ਕੱਢਿਆ ਗਿਆ, ਜਿਨ੍ਹਾਂ ਨੂੰ ਕੋਈ ਖੂਹਾਂ 'ਤੇ ਪਾਣੀ ਨਾ ਭਰਨ ਦੇਵੇ, ਜਿਨ੍ਹਾਂ ਨੂੰ ਕੋਈ ਘੋੜੀ ਦੇ ਉੱਤੇ ਚੜ੍ਹ ਕੇ ਬਰਾਤ ਵੇਲੇ ਲਾੜਾ ਘੋੜੀ 'ਤੇ ਨਾ ਚੜ੍ਹ ਸਕੇ। ਅੱਜ ਵੀ ਭਾਰਤ ਵਿੱਚ ਕਈ ਪਿੰਡਾਂ 'ਚ ਰਿਵਾਜ਼, ਜਿਨ੍ਹਾਂ ਨੂੰ ਕਿਸੇ ਅਮੀਰ ਦੇ ਸਾਹਮਣੇ ਆਪਣੀ ਪੱਗ, ਆਪਣੀ ਪਗੜੀ ਸਿਰ ਤੋਂ ਲਾਹ ਕੇ ਤੇ ਹੱਥ 'ਚ ਫੜਨੀ ਪੈਂਦੀ ਸੀ ਵੀ ਉਹਦੇ ਸਰਦਾਰ ਦੀ ਪੱਗ ਦੇ ਸਾਹਮਣੇ ਮੈਂ ਆਪਣੀ ਪੱਗ ਬੰਨ੍ਹ ਕੇ ਨਹੀਂ ਜਾ ਸਕਦਾ। ਉਹ ਪੜੰਗ 'ਤੇ ਬੈਠਾ ਹੋਵੇ ਤੇ ਉਹਨੂੰ ਥੱਲੇ ਬਹਿਣਾ ਪੈਂਦਾ ਸੀ। ਕਿਸੇ ਨੂੰ ਮਿਲਣ ਜਾਣਾ, ਅਮੀਰ ਨੂੰ, ਉੱਚੀ ਜ਼ਾਤ ਵਾਲੇ ਨੂੰ, ਤੇ ਜੁੱਤੀ ਉਹਦੇ ਘਰ ਦੇ ਬਾਹਰ ਲਾ ਕੇ ਨੰਗੇ ਪੈਰੀਂ ਉਹਦੇ ਘਰ ਜਾਣਾ। ਹੀਣ ਭਾਵਨਾ ਦੀ ਕੋਈ ਇੱਕ ਨਿਸ਼ਾਨੀ ਨਹੀਂ ਸੀ ਜਿਹੜੀ ਇਹਨਾਂ ਲੋਕਾਂ ਦੇ ਪੱਲੇ ਪਈ ਹੋਵੇ। ਸਦੀਆਂ ਤੋਂ ਲੈ ਕੇ ਇਹ ਬੰਦੇ ਜੂਨ ਹੀ ਭੋਗ ਰਹੇ ਸੀ। ਮੇਰੇ ਹਜ਼ੂਰ ਦੀ ਵਡਿਆਈ ਵੇਖੋ। ਉਹਨਾਂ ਸਭ ਤੋਂ ਪਹਿਲਾ ਕੰਮ ਗੁਰੂ ਨਾਨਕ ਸਾਹਿਬ ਨੇ ਕੀਤਾ, ਉਪਦੇਸ਼ ਦਿੱਤਾ। ਉਪਦੇਸ਼ ਨੂੰ ਦੇ ਕੇ ਆਖਿਆ, ਇਹ ਉਪਦੇਸ਼ ਮੇਰਾ ਪੜ੍ਹਨ ਵਾਲੇ, ਸੁਣਨ ਵਾਲੇ ਇਕੱਠੇ ਇੱਕ ਜਗ੍ਹਾ 'ਤੇ ਬੈਠਣ, ਬਿਨਾਂ ਜ਼ਾਤ ਪਾਤ, ਅਮੀਰੀ ਗਰੀਬੀ ਦੇ ਭੇਦ ਭਾਵ ਨਾਲ। ਸੰਗਤ, ਜਿਸ ਨੂੰ ਮਹਾਰਾਜ ਨੇ ਸਤ ਸੰਗਤ ਕਿਹਾ, ਇਹ ਧਰਮਸ਼ਾਲ ਸਾਜੀ, ਫਿਰ ਪੰਗਤ ਬਣਾਇਆ। ਕਿਆ ਪੰਗਤ 'ਚ ਕੋਈ ਵੀ ਸੇਵਾ ਕਰ ਸਕਦਾ, ਕੋਈ ਕਿਸੇ ਦੀ ਜ਼ਾਤ ਨਹੀਂ ਪੁੱਛੇਗਾ, ਕੋਈ ਕਿਸੇ ਦੀ ਅਮੀਰੀ ਗਰੀਬੀ ਨਹੀਂ ਵੇਖੇਗਾ। ਇਹਦੇ ਵਿੱਚ ਕੋਈ ਵੀ ਯੋਗਦਾਨ ਪਾ ਸਕਦਾ ਹੈ। ਇਹ ਲੰਗਰ ਅਮੀਰਾਂ ਦੇ ਨਹੀਂ ਹੋਣਗੇ, ਇਹ ਸਾਂਝੇ ਸੰਗਤ ਦੇ ਹੋਣ। ਇੱਥੇ ਕੋਈ ਕੱਖ ਲਾ ਭੇਟਾ ਕਰਦਾ, ਕੋਈ ਲੱਖ ਭੇਟਾ ਕਰਦਾ, ਬਰਾਬਰ ਮੰਨੇ ਜਾਣਗੇ। ਸਤਿਗੁਰੂ ਮਨੁੱਖ ਨੂੰ ਮਨੁੱਖ ਦੇ ਬਰਾਬਰ ਰੱਖਣਾ ਚਾਹੁੰਦੇ ਸਨ ਵੀ ਮਨੁੱਖ ਜੇ ਕੋਈ ਕਿਸੇ ਉੱਚੇ ਕੁਲੀਨ ਵਰਗ ਵਿੱਚ ਪੈਦਾ ਹੋ ਗਿਆ ਜਾਂ ਕੋਈ ਐਸੇ ਕੰਮਕਾਰ ਕਰਨ ਵਾਲੇ ਦੇ ਘਰ ਪੈਦਾ ਹੋ ਗਿਆ ਤੇ ਫਰਕ ਨਹੀਂ ਹੋਣਾ ਚਾਹੀਦਾ। ਅਮੀਰੀ ਗਰੀਬੀ ਦਾ ਫਰਕ ਨਹੀਂ ਹੋਣਾ ਚਾਹੀਦਾ, ਪਦਵੀ ਦਾ ਫਰਕ ਨਹੀਂ ਹੋਣਾ ਚਾਹੀਦਾ। ਇਨਸਾਨ ਨੂੰ ਸਭ ਤੋਂ ਪਹਿਲਾਂ ਇਨਸਾਨ ਸਮਝੋ, ਮਨੁੱਖ ਨੂੰ ਮਨੁੱਖ ਜਾਣੋ। ਇਹ ਮਨੁੱਖਤਾਵਾਦੀ ਸਿਧਾਂਤ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਐਸਟੈਬਲਿਸ਼ ਕੀਤਾ, ਇਹਨੂੰ ਕੇਵਲ ਕਿਹਾ ਨਹੀਂ ਬਾਣੀ ਦੇ ਰਾਹੀਂ। ਕਹਿਣ ਵਾਲੇ ਉਦੋਂ ਪਹਿਲਾਂ ਬਹੁਤ ਹੋਏ। ਬੜਿਆਂ ਨੇ ਲਿਖਿਆ, ਭਾਰਤ ਦੇ ਅੰਦਰ ਕਿਤਾਬਾਂ ਲਿਖੀਆਂ ਸਨ, ਬੜਿਆਂ ਨੇ ਉਪਦੇਸ਼ ਦਿੱਤਾ ਸੀ ਵੀ ਸਾਰਿਆਂ ਵਿੱਚ ਰੱਬ ਹੈ। ਪਰ ਗੁਰੂ ਨਾਨਕ ਮਹਾਰਾਜ ਨੇ ਇਹਨੂੰ ਐਸਟੈਬਲਿਸ਼ ਕਰਕੇ ਵਿਖਾਇਆ, ਪ੍ਰੈਕਟੀਕਲ ਕਰਕੇ ਵਿਖਾਇਆ। ਉਹਨਾਂ ਨੇ ਐਸੇ ਨਗਰ ਰਚੇ ਜਿੱਥੇ ਗਰੀਬਾਂ ਦੀਆਂ, ਜਿੱਥੇ ਤਥਾ ਕਥਿਤ ਛੂਤਾਂ ਦੀਆਂ ਜਿਹੜੀਆਂ ਬਰਾਦਰੀ ਵਾਲੇ ਸਨ, ਜਿਨ੍ਹਾਂ ਨੂੰ ਦੁਰਕਾਰਿਆ ਜਾਂਦਾ ਸੀ, ਉਹਨਾਂ ਦੀਆਂ ਬਸਤੀਆਂ ਬਾਹਰ ਨਹੀਂ ਸਨ ਬਣਾਈਆਂ, ਇਕੱਠੀਆਂ ਹੀ ਬਣਾਈਆਂ। ਉਹਨਾਂ ਨੂੰ ਹਰ ਚੀਜ਼ ਦੇ ਭਾਗੀਦਾਰ ਬਣਾਇਆ। ਉਹਨਾਂ ਨੂੰ ਗੁਰਮੁਖੀ ਪੜ੍ਹਾਈ, ਜਿਨ੍ਹਾਂ ਨੂੰ ਸਦੀਆਂ ਤੋਂ ਕੋਈ ਅੱਖਰ ਨਹੀਂ ਸੀ ਪੜ੍ਹਾਉਂਦਾ। ਉਹਨਾਂ ਨੂੰ ਮੱਲ ਅਖਾੜਿਆਂ ਵਿੱਚ ਲੜਾਇਆ, ਜਿਨ੍ਹਾਂ ਵਾਸਤੇ ਹਥਿਆਰ ਤੇ ਖੰਜਰ ਜਿਹੜਾ ਸੀ ਉਹ ਬੜੀ ਵੱਡੀ ਚੀਜ਼ ਹੁੰਦਾ ਸੀ ਵੀ ਇਹ ਚੀਜ਼ ਰੱਖਣਾ। ਤੋ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਜਿਹੜੇ ਮੱਲ ਅਖਾੜੇ ਰਚੇ, ਉਹਨਾਂ ਮੱਲ ਅਖਾੜਿਆਂ ਦੇ ਵਿੱਚੋਂ ਹੀ ਉਹ ਫੌਜ ਨਿਕਲ ਕੇ ਆਈ ਜਿਹੜੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ, ਜਿਸ ਫੌਜ ਦੇ ਬਲਬੂਤੇ ਦੇ ਉੱਤੇ ਸਮੇਂ ਦੀ ਸ਼ਾਹੀ ਨੂੰ ਵੰਗਾਰਿਆ ਔਰ 4 ਦੀਆਂ 4 ਜੰਗਾਂ ਲੜੀਆਂ ਤੇ ਜਿੱਤੀਆਂ। ਪਰ ਕਰਤਾਰਪੁਰ ਦੀ ਜੰਗ, ਜਿਸ ਜੰਗ ਵਿੱਚ ਔਰਤਾਂ ਨੇ ਪਿੰਡ ਦੇ ਅੰਦਰ ਛੱਤਾਂ ਤੇ ਚੜ੍ਹ ਕੇ ਦੂਰ ਉੱਠਦੀ ਹੋਈ ਗਰਦ ਵੇਖੀ ਸੀ ਔਰ ਮੈਦਾਨੇ ਜੰਗ ਦੇ ਅੰਦਰ ਵੱਡੇ ਵੱਡੇ ਯੋਧਿਆਂ ਨੂੰ ਲੜਦਿਆਂ ਹੋਇਆ ਵੇਖਿਆ ਸੀ। ਇਸ ਮੈਦਾਨੇ ਜੰਗ ਅੰਦਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਭ ਤੋਂ ਛੋਟੇ ਫਰਜ਼ੰਦ
ਬਾਬਾ ਤੇਗ ਬਹਾਦਰ ਸਾਹਿਬ ਨੇ ਆਪਣੀ ਤੇਗ ਦੀ ਉਹ ਧਾਕ ਜਮਾਈ ਸੀ ਕਿ ਲੋਕ ਅੱਠ ਅੱਠ ਆਸ਼-ਆਸ਼ ਕਰ ਉੱਠੇ ਸਨ। ਇਹਦਾ ਭਾਵ ਹੈ ਕਿ ਤਲਵਾਰਬਾਜ਼ੀ ਤੇ ਘੋੜਸਵਾਰੀ ਦੇ ਕਿੰਨੇ ਵੱਡੇ ਮਾਹਰ ਤੇ ਜੰਗੀ ਜਰਨੈਲ ਸਨ ਗੁਰੂ ਤੇਗ ਬਹਾਦਰ ਮਹਾਰਾਜ। ਇਹ ਸਿੱਖਿਆ ਵੀ ਉਹਨਾਂ ਗੁਰੂ ਦਰਬਾਰ ਚੋਂ ਪਾਈ। 15 ਰਾਗਾਂ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਹੈ। 15 ਰਾਗਾਂ 'ਚ ਰਾਗ ਵਿਦਿਆ, ਸਾਜ ਵਿਦਿਆ ਦੇ ਕਿੰਨੇ ਧਨੀ ਤੇ ਨਿਪੁੰਨ ਨੇ ਮਹਾਰਾਜ, ਜ਼ਰਾ ਗੌਰ ਕਰਕੇ ਵੇਖੋ। ਉਹਨਾਂ ਆਪਣੀ ਬਾਣੀ ਕੇਵਲ 15 ਰਾਗਾਂ 'ਚ ਰਚੀ ਹੈ, ਪਰ ਇਸ ਤੋਂ ਇਲਾਵਾ ਜਿਹੜੇ ਪਹਿਲੇ ਗੁਰੂ ਸਾਹਿਬਾਨਾਂ ਨੇ ਰਾਗ ਵਰਤੇ ਨੇ, ਇਹਦਾ ਮਤਲਬ ਉਹਨਾਂ ਸਭਨਾਂ ਦੀ ਮੁਹਾਰਤ ਜਿਹੜੀ ਹੈ ਕਿੰਨੀ ਡੂੰਘੀ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਹੈ। ਫਿਰ ਹੋਰ ਵੇਖੋ, ਗੁਰੂ ਸਾਹਿਬ ਨੇ ਜਿਹੜੀ ਬਾਣੀ ਰਚੀ ਉਹ ਪਹਿਲੇ ਗੁਰੂਆਂ ਵਾਂਗ ਹੀ ਬਾਣੀ ਕਾਵ ਰੂਪ ਵਿੱਚ ਲਿਖੀ, ਤੇ ਕਾਵ ਦਾ ਵੀ ਆਪਣਾ ਇੱਕ ਰਸ ਤੇ ਵਜਦ ਹੁੰਦਾ ਹੈ, ਤੇ ਕਾਵ ਦੀ ਵੀ ਆਪਣੀ ਇੱਕ ਕਲਾ ਹੁੰਦੀ ਹੈ। ਜਿਹਨੂੰ ਕਲਾ ਨਹੀਂ ਆਉਂਦੀ ਉਹ ਕਵਿਤਾ 'ਚ ਕੀ ਲਿਖੇਗਾ। ਤੇ ਕਾਵ ਕਲਾ ਦੇ ਕਿੱਡੇ ਵੱਡੇ ਉੱਚ ਪਾਏ ਦੇ ਮਾਹਰ ਨੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ। ਉਹਨਾਂ ਦੀ ਬਾਣੀ ਪੜ੍ਹ ਕੇ ਸਾਨੂੰ ਮਹਿਸੂਸ ਹੁੰਦਾ ਹੈ। ਤੇ ਸਤਿਗੁਰੂ ਦੀ ਬਾਣੀ ਜਿਹੜੀ ਉਹ ਮਹਿਜ਼ ਕੋਈ ਕਵਿਤਾ ਨਹੀਂ, ਇਹਦਾ ਭਾਵ ਇਹ ਨਾ ਸਮਝਣਾ ਲੋਕ ਜਾਣੇ ਗੀਤ ਹੈ ਤੋ ਬ੍ਰਹਮ ਵਿਚਾਰ। ਇੱਕ ਇੱਕ ਵਾਕ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਾ ਉਹਨਾਂ ਦੇ ਜੀਵਨ ਦੇ ਵਿੱਚ ਹੰਢੀ ਹੋਈ ਚੀਜ਼ ਹੈ, ਜਿਹਨੂੰ ਉਹਨਾਂ ਆਤਮਿਕ ਤੌਰ ਤੇ ਹੰਢਾਇਆ, ਮਾਣਿਆ, ਜੀਵਿਆ, ਉਹਨੂੰ ਕਥਿਆ। ਬਾਣੀ 'ਚ ਇੱਕ ਵਾਕ ਆਉਂਦਾ, ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੇ ਜੋ ਪੇਖੈ ਆਂਖੀ। ਜੋ ਅੱਖਾਂ ਨਾਲ ਵੇਖਦੇ, ਭਾਵ ਜੋ ਹੰਢਾਉਂਦੇ ਨਾ ਆਪਣੇ ਜੀਵਨ 'ਚ, ਉਹ ਬਿਆਨ ਕਰਦੇ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਮੁੱਚਾ ਜੀਵਨ ਹੀ ਇਹ ਗੁਰੂ ਨਾਨਕ ਸਾਹਿਬ ਤੋਂ ਬਾਅਦ ਸਭ ਤੋਂ ਵੱਧ ਜੇ ਕਿਸੇ ਪਾਤਸ਼ਾਹੀ ਨੇ ਸਫ਼ਰ ਕੀਤਾ ਹੈ ਨਾ ਧਰਮ ਪ੍ਰਚਾਰ ਲਈ, ਤੇ ਗੁਰੂ ਤੇਗ ਬਹਾਦਰ ਸਾਹਿਬ। 10 ਪਾਤਸ਼ਾਹੀਆਂ ਵਿੱਚੋਂ ਸਭ ਤੋਂ ਵੱਧ ਪੈਂਡਾ ਗੁਰੂ ਨਾਨਕ ਸਾਹਿਬ ਨੇ ਕੀਤਾ, ਤੇ ਬਾਅਦ ਵਿੱਚ ਸਭ ਤੋਂ ਵਧੇਰੇ ਸਫ਼ਰ ਧਰਮ ਪ੍ਰਚਾਰ ਮਨੁੱਖਤਾ ਦੇ ਭਲੇ ਲਈ, ਦੁਨੀਆ ਨੂੰ ਸੱਚ ਦਾ ਹੋਕਾ ਦੇ ਕੇ ਜਗਾਉਣ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤਾ। ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਵੀ ਗੁਰੂ ਤੇਗ ਬਹਾਦਰ ਸਾਹਿਬ ਦੀਆਂ 3 ਗ੍ਰਿਫਤਾਰੀਆਂ ਹੋਈਆਂ, 1665 ਵਿੱਚ, 1670 ਵਿੱਚ, 5 ਸਾਲ ਦੇ ਵਕਬੇ ਨਾਲ, ਫਿਰ 1675 ਵਿੱਚ। 1675 ਈਸਵੀ ਨੂੰ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੀ ਦਿੱਲੀ ਵਿੱਚ ਸ਼ਹੀਦੀ ਹੋਈ। ਕਦੇ ਫਿਰ ਜ਼ਿਕਰ ਕਰਾਂਗੇ ਪੋਲੀਟੀਕਲੀ ਤੌਰ ਤੇ। ਆਮ ਤੌਰ ਤੇ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਪੱਖ ਬਹੁਤ ਘੱਟ ਉਜਾਗਰ ਕਰਦੇ ਹਾਂ। ਪੋਲੀਟੀਕਲੀ ਤੌਰ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਜਿਹੜੀ ਇਮੇਜ ਹੈ, ਜਿਹੜਾ ਰੁਤਬਾ ਹੈ, ਉਹ ਕਿੱਡਾ ਉੱਚਾ ਹੈ। ਅਸਾਮੀਆਂ ਦੇ ਨਾਲ, ਅਹੋਮੀ ਕਬੀਲੇ ਦੇ ਨਾਲ ਬੜੇ ਲੰਮੇ ਸਮੇਂ ਤੋਂ ਸ਼ਾਹੀ ਦੀ ਜੰਗ ਚੱਲ ਰਹੀ ਸੀ। ਕੋਈ ਅਫਸਰ, ਕੋਈ ਕਮਾਂਡਰ ਉਧਰ ਮੂੰਹ ਨਹੀਂ ਸੀ ਕਰਦਾ, ਤੇ ਜੇ ਕੋਈ ਕਰਦਾ ਸੀ ਤੇ ਉਹ ਮਿੱਥ ਕੇ ਜਾਂਦਾ ਸੀ ਵੀ ਮੈਂ ਇੱਥੋਂ ਬਚ ਕੇ ਨਹੀਂ ਆ ਸਕਦਾ। ਬੜਾ ਖੂੰਖਾਰ ਅਹੋਮੀ ਕਬੀਲਾ, ਉਹਨਾਂ ਦੀ ਆਪਣੀ ਸਲਤਨਤ ਸੀ, ਆਪਣਾ ਰਾਜ ਸੀ, ਆਪਣੀ ਧਰਤੀ ਸੀ। ਉਹ ਆਪਣੀ ਜ਼ਮੀਨ ਲਈ ਸਮੇਂ ਦੀ ਸ਼ਾਹੀ ਨਾਲ ਲੜੇ ਔਰ ਸਦੀਆਂ ਲੜੇ। ਉਹ ਖੂੰਖਾਰ ਜੰਗਲੀ ਕਬੀਲੇ ਸਨ, ਜਿਨ੍ਹਾਂ ਦੇ ਨਾਲ ਸਿੱਖਿਅਤ ਫੌਜ ਆਡਾ ਲਾਉਂਦੀ ਤੇ ਮਾਰੀ ਜਾਂਦੀ, ਜਰਨੈਲ ਮਾਰੇ ਜਾਂਦੇ, ਹੋਰ ਬੜੇ ਕਾਰਨ ਸਨ। ਆਮ ਮਨੁੱਖਤਾ ਇਹਨਾਂ ਜੰਗਾਂ ਵਿੱਚ ਪਿਸਦੀ, ਲੋਕ ਲੜਦੇ, ਮਰਦੇ, ਤਬਾਹ ਹੁੰਦੇ, ਫਨਾਹ ਹੁੰਦੇ। ਦੋਵਾਂ ਧਿਰਾਂ ਦੇ ਵਿੱਚ ਕਦੇ ਵੀ ਕੋਈ ਜੋੜ ਨਾ ਬਣਦਾ। ਅਸਾਮ ਵਿੱਚ ਧੁਬੜੀ ਸਾਹਿਬ ਨਾਂ ਦਾ ਸਥਾਨ ਹੈ। ਬ੍ਰਹਮਪੁੱਤਰ ਦਰਿਆ ਗੁਰਦੁਆਰੇ ਦੀ ਕੰਧ ਨਾਲ ਖਹਿ ਕੇ ਲੰਘਦਾ। ਮੇਰੇ ਹਜ਼ੂਰ ਸੱਚੇ ਪਾਤਸ਼ਾਹ ਨੇ ਦੋਹਾਂ ਧਿਰਾਂ ਦੇ ਜਰਨੈਲਾਂ ਵਿੱਚ ਇੱਥੇ ਸੰਧੀ ਕਰਵਾਈ ਤੇ ਇੱਕ ਸੀਮਾ ਮਿਥੀ ਕਿ ਸਮੇਂ ਦੀ ਸ਼ਾਹੀ ਫੌਜ ਉਹਨਾਂ ਦੇ ਇਲਾਕੇ 'ਚ ਦਖਲ ਨਾ ਦੇਵੇ ਤੇ ਉਹਨਾਂ ਦੀ ਫੌਜ ਇਹਨਾਂ ਦੇ ਬੰਦੇ ਨਾ ਮਾਰੇ। ਇੱਕ ਤਰ੍ਹਾਂ ਨਾਲ ਮੇਰੇ ਹਜ਼ੂਰ ਨੇ ਉਹ ਕਲੇਸ਼ ਜਿਹੜਾ ਕਈ ਦਹਾਕਿਆਂ ਤੇ ਸਦੀਆਂ ਤੋਂ ਹਜ਼ਾਰਾਂ ਲੋਕਾਂ ਦੀ ਜਾਨ ਲੈ ਚੁੱਕਿਆ ਤੇ ਹਜ਼ਾਰਾਂ ਦੀ ਹੋਰ ਜਾਨ ਫਾਹੇ ਆਈ ਹੋਈ ਹੈ, ਉਸ ਜੰਗ ਨੂੰ ਮੇਰੇ ਹਜ਼ੂਰ ਨੇ ਬੜੇ ਸਹਿਜ ਨਾਲ ਨਿਪਟਾਇਆ। ਇਸ ਜੰਗ ਦੇ ਵਿੱਚ ਰਾਜਾ ਮਿਰਜ਼ਾ ਜੈ ਸਿੰਘ ਸੀ, ਰਾਮ ਸਿੰਘ। ਇਸ ਪਰਿਵਾਰ ਨਾਲ ਮੇਰੇ ਹਜ਼ੂਰ ਦੀ ਬੜੀ ਨੇੜਤਾ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਸ ਵੇਲੇ ਉਹ ਜੰਗ ਨਿਪਟਾਈ, ਦੋਵੇਂ ਧਿਰਾਂ ਦੇ ਸਿਪਾਹੀ ਇੰਨੇ ਖੁਸ਼ ਹੋਏ ਕਿ ਉਹਨਾਂ ਢਾਲਾਂ ਭਰ ਭਰ ਕੇ ਮਿੱਟੀ ਦੀਆਂ ਇੱਕ ਥੜਾ ਬਣਾਇਆ ਤੇ ਉਸ ਥੜੇ ਤੇ ਸ੍ਰੀ ਹਜ਼ੂਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਿਰਾਜਮਾਨ ਹੋਏ। ਦੋਵਾਂ ਧਿਰਾਂ ਦੇ ਕਮਾਂਡਰ ਮਹਾਰਾਜ ਦੀ ਹਜ਼ੂਰੀ 'ਚ ਆਏ ਤੇ ਦੋਵਾਂ ਨੇ ਆਪਸ ਵਿੱਚ ਵਾਅਦਾ ਕੀਤਾ ਕਿ ਅਸੀਂ ਤੁਹਾਡੇ ਤੇ, ਇੱਕ ਦੂਜੇ ਤੇ ਅਸੀਂ ਹਮਲਾਵਰ ਨਹੀਂ ਹੋਵਾਂਗੇ। ਔਰੰਗਜ਼ੇਬ ਤੱਕ ਜਦੋਂ ਇਹ ਗੱਲਾਂ ਪਹੁੰਚਦੀਆਂ ਸਾਨੂੰ ਠਠੰਬਰ ਜਾਂਦਾ
ਦਹਾਕਿਆਂ ਤੋਂ ਚੱਲਦੀ ਖੂਨੀ ਜੰਗ ਨੂੰ ਕੋਈ ਜਰਨੈਲ ਹੱਲ ਨਹੀਂ ਕਰ ਸਕਿਆ। ਸਮੇਂ ਦੀ ਸ਼ਾਹੀ ਦੇ ਵੱਡੇ ਵੱਡੇ ਆਲਾ ਅਫਸਰਾਨ ਹੱਲ ਨਹੀਂ ਕਰ ਸਕੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਇਸ ਮਸਲੇ ਦੀ ਪੇਚੀਦਗੀ ਨੂੰ ਇੱਕ ਪਲ ਵਿੱਚ ਸੁਲਝਾਉਂਦਿਆਂ ਸਮਾਂ ਨਹੀਂ ਲਾਇਆ। ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ ਰੁਤਬਾ ਤੇ ਵੇਖੋ। ਇਸ ਲਈ ਵਾਰੋ-ਵਾਰ 5 ਸਾਲਾਂ ਦੇ ਵਕਫੇ ਨਾਲ 3 ਵਾਰ ਗੁਰੂ ਸਾਹਿਬ ਦੀ ਗ੍ਰਿਫਤਾਰੀ ਹੋਈ। 3 ਵਾਰ। ਪਹਿਲੀ ਵਾਰ ਧਮਧਾਨ ਦੇ ਅਸਥਾਨ ਤੋਂ, ਦੂਜੀ ਵਾਰ ਆਗਰੇ ਤੋਂ, ਔਰ ਤੀਜੀ ਵਾਰ ਮਲਕਪੁਰ ਰੰਗੜਾਂ ਤੋਂ, ਜਦੋਂ ਸਤਿਗੁਰੂ ਜੀ ਚੱਕ ਨਾਨਕੀ ਤੋਂ ਤੁਰ ਪਏ ਸਨ। 3 ਗ੍ਰਿਫਤਾਰੀਆਂ ਸਮੇਂ ਦੀ ਸ਼ਾਹੀ ਨੇ ਕੀਤੀਆਂ। ਕਦੇ ਵਕਤ ਮਿਲਿਆ ਮਹਾਰਾਜ ਦੇ ਸਫ਼ਰਾਂ ਦਾ ਆਪਾਂ ਜ਼ਰੂਰ ਵੇਰਵਾ ਪੜਾਂਗੇ। ਮਹਾਰਾਜ ਨੇ ਉਹ ਕਾਰਜ ਕੀਤੇ ਜਿਹੜੇ ਸਮੇਂ ਦੇ ਚੌਧਰੀਆਂ ਤੇ ਆਲਾ ਹੁਕਮਰਾਨਾਂ ਨੂੰ ਕਰਨੇ ਚਾਹੀਦੇ ਸਨ। ਮਨੁੱਖਤਾ ਲਈ ਉਹ ਕਰਮ ਕੀਤੇ ਮੇਰੇ ਹਜ਼ੂਰ ਗੁਰੂ ਤੇਗ ਬਹਾਦਰ ਸਾਹਿਬ ਨੇ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਦੀ ਇਹ ਜਿਹੜੀ ਕਮਾਈ ਹੈ, ਆਪਾਂ ਉਹਨਾਂ ਦੀ ਸ਼ਹੀਦੀ ਬਾਰੇ ਜਦੋਂ ਗੱਲ ਕਰਦੇ ਹਾਂ, ਉਹਨਾਂ ਦੇ ਜੀਵਨ ਦੇ ਸਟਰਗਲ ਬਾਰੇ ਗੱਲ ਕਰਦੇ ਹਾਂ, ਇਹ ਚੀਜ਼ ਨੂੰ ਕਿਸੇ ਨੇ ਕਮਾਇਆ ਹੋਵੇ ਨਾ ਆਪਣੇ ਜੀਵਨ ਵਿੱਚ, ਤੇ ਫੇਰ ਹੀ ਵਕਤ ਸਮੇਂ ਦੇ ਉੱਤੇ ਉਗੜਦੀ ਹੈ। ਮੈਂ ਅੱਗੇ ਵੀ ਕਈ ਦਫਾ ਇਹ ਬੇਨਤੀ ਕੀਤੀ ਹੈ। ਵੱਡੇ ਭਰਾ ਗੁਰੂ ਤੇਗ ਬਹਾਦਰ ਸਾਹਿਬ ਦੇ, ਉਹਨਾਂ ਦਾ ਨਾਂ ਸੀ ਗੁਰਦਿੱਤਾ ਜੀ। ਉਹਨਾਂ ਨੂੰ ਸਾਰੇ ਆਪਾਂ ਬਾਬਾ ਗੁਰਦਿੱਤਾ ਜੀ ਕਹਿ ਕੇ ਯਾਦ ਕਰਦੇ ਹਾਂ। ਤਾਰੀਖਦਾਨ ਲਿਖਦੇ ਨੇ ਉਹਨਾਂ ਦਾ ਚਿਹਰਾ ਮੋਹਰਾ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਮੇਲ ਖਾਂਦਾ ਸੀ। ਔਰ ਬਾਬਾ ਬੁੱਢਾ ਜੀ ਉਹਨਾਂ ਦੇ ਸਰੂਪ ਵੱਲ ਵੇਖ ਕੇ ਕਿਹਾ ਕਰਦੇ ਸਨ, ਗੁਰੂ ਨਾਨਕ ਸਾਹਿਬ ਜੀ ਦਾ ਸਰੂਪ ਵੀ ਇਸ ਤਰ੍ਹਾਂ ਦਾ ਸੀ, ਕਿਉਂਕਿ ਉਹ ਚਸ਼ਮਦੀਦ ਗਵਾਹ ਸਨ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਜਿੰਨਾ ਵੀ ਬਾਕੀ ਘਰੇਲੂ ਕੰਮਕਾਰ ਹੈ, ਹੋਰ ਸੰਗਤੀ ਪ੍ਰਬੰਧ ਹੈ, ਬਾਬਾ ਗੁਰਦਿੱਤਾ ਜੀ ਸਾਂਭਦੇ ਸਨ। ਬੜੀ ਉੱਚ ਪਾਏ ਦੀ ਸ਼ਖਸੀਅਤ ਸਨ। ਉਹਨਾਂ ਸਿੱਖੀ ਵਾਸਤੇ ਬਹੁਤ ਯਤਨ ਕੀਤੇ। ਗੁਰੂ ਸਾਹਿਬਾਨਾਂ ਦੇ ਮਿਸ਼ਨ ਨੂੰ ਅੱਗੇ ਵਧਾਉਣ ਵਾਸਤੇ ਆਪਣੀ ਜ਼ਿੰਦਗੀ ਤੱਕ ਲਾਈ, ਪੂਰੀ ਵਾਹ ਲਾਈ। ਉਹਨਾਂ ਦਾ ਆਨੰਦ ਕਾਰਜ ਸੀ। ਬਰਾਤ ਜਾ ਰਹੀ ਹੈ। ਮਾਤਾ ਨਾਨਕੀ ਜੀ ਨੇ ਸਾਰੇ ਬੱਚਿਆਂ ਨੂੰ ਤਿਆਰ ਕੀਤਾ ਤੇ ਸਭ ਤੋਂ ਛੋਟੇ ਪੁੱਤਰ ਨੂੰ ਬੜਾ ਸੋਹਣਾ ਉਹਨਾਂ ਨੇ ਚੋਗਾ ਪਹਿਨਾਇਆ, ਤਿਆਰ ਕੀਤਾ, ਸਵਾਰਿਆ। ਬਰਾਤ ਜਾ ਰਹੀ, ਬਰਾਤੇ ਜਾਣ ਵਾਸਤੇ। ਤੇ ਜਿਸ ਵੇਲੇ ਬਰਾਤ ਪਿੰਡ ਚੋਂ ਲੰਘ ਰਹੀ ਹੈ ਨਾ, ਤੇ ਹਰ ਮਾਈ ਭਾਈ, ਗਰੀਬ ਅਮੀਰ, ਸਾਰੇ ਲੋਕ ਘਰਾਂ ਤੋਂ ਬਾਹਰ ਵੇਖਣ ਆਏ। ਤੇ ਬਰਾਤ ਵੀ ਕੋਈ ਖੌਰੂ ਪਾਉਣ ਵਾਲੀ ਬਰਾਤ ਥੋੜੀ ਸੀ। ਹੁਣ ਤਾਂ ਜਿਹਨੂੰ ਥਾਂ ਨਾ ਲੱਭੇ, ਉਹ ਗੁਰਦੁਆਰੇ ਆ ਕੇ ਭੰਗੜਾ ਪਾਉਣ ਲੱਗ ਪੈਂਦਾ ਵੀ ਚਲੋ ਇੱਥੇ ਤਾਂ ਪਾ ਹੀ ਲੈਂਦੇ ਆ। ਕੋਈ ਤਹਿਜ਼ੀਬ ਨਹੀਂ ਰਹੀ ਸਾਡੇ 'ਚ। ਐਸੀਆਂ ਥਾਵਾਂ ਵੀ ਵੇਖੀਆਂ, ਮਗਰੋਂ ਚੰਗੇ ਭਲੇ ਆਉਣਗੇ ਗੁਰਦੁਆਰੇ ਦੇ ਗੇਟ ਅੱਗੇ ਆ ਕੇ ਭੰਗੜਾ। ਚਲੋ ਇੱਥੇ ਤਾਂ ਜੇ ਬਚਾਅ ਹੋਏਗਾ। ਸਾਡੇ ਅੰਦਰ ਉਹ ਅਸੀਂ ਜਗ੍ਹਾ ਨਹੀਂ ਵੇਖਦੇ ਵੀ ਜਗ੍ਹਾ ਕਿੱਥੇ ਖੜੇ ਆ, ਥਾਂ ਕਿਹੜੀ ਹੈ, ਇੱਥੋਂ ਦੇ ਰੂਲ ਆਫ ਰੈਗੂਲੇਸ਼ਨ ਕੀ ਨੇ, ਇੱਥੋਂ ਦਾ ਕੋਡ ਆਫ ਕੰਡਕਟ ਕੀ ਹੈ। ਮਰਜ਼ੀ ਕਰਦੇ। ਗੁਰਮੁਖਾਂ ਦੀ ਬਰਾਤ ਹੈ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਫਰਜ਼ੰਦ ਬਰਾਤ ਲੈ ਕੇ ਜਾ ਰਿਹਾ ਹੈ ਤੇ ਅਗਵਾਈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਹੈ। ਉਹ ਅਕਾਲ ਨੂੰ ਯਾਦ ਕਰਨ ਵਾਲੇ ਪਰਮੇਸ਼ਰ ਦੇ ਪਿਆਰੇ ਸਤ ਸੰਗੀ ਸੰਗਤ ਇਕੱਠੀ ਹੋ ਕੇ ਆਨੰਦ ਕਾਰਜ ਦੇ ਸਮਾਗਮ ਵਿੱਚ ਹਿੱਸੇਦਾਰ ਬਣ ਜਾ ਰਹੀ ਹੈ। ਸਾਰੇ ਵੇਖ ਰਹੇ। ਨਗਰ ਤੋਂ ਨਗਰ ਦੇ ਸਾਰੇ ਨਰ ਨਾਰੀਆਂ, ਬੱਚੇ, ਬੁੱਢੇ, ਜਵਾਨ ਉਸ ਬਰਾਤ ਦੇ ਦੀਦਾਰ ਕਰ ਰਹੇ। ਤੇ ਬਾਲ ਤੇਗ ਬਹਾਦਰ ਸਾਹਿਬ ਉਸ ਬਰਾਤ ਵਿੱਚ ਸ਼ਿਰਕਤ ਕਰ ਰਹੇ, ਨਾਲ ਨਾਲ ਨਿੱਕੇ ਕਦਮੀ ਤੁਰ ਰਹੇ। ਨਜ਼ਰ ਪਈ ਇੱਕ ਬਾਲਕ ਦੇ ਉੱਤੇ ਜਿਹਦਾ ਪਿੰਡਾ ਨੰਗਾ ਹੈ, ਗਰੀਬੜਾ ਜਿਹਾ, ਬੜੀ ਹਸਰਤ ਭਰੀ ਨਿਗਾਹ, ਤਿਆਰ ਹੋਏ ਬਰਾਤੀਆਂ ਨੂੰ ਵੇਂਦਾ ਹੈ, ਸਤ ਸੰਗੀਆਂ ਨੂੰ ਵੇਂਦਾ ਹੈ। ਲੱਗਿਆ ਵੀ ਮੇਰੇ ਕਿ ਜਿੱਡਾ। ਉਹਦੇ ਕੋਲ ਗਏ, ਆਪਣੇ ਝੱਗੇ ਦੇ ਬਟਨ ਖੋਲ੍ਹੇ ਤੇ ਆਪਣਾ ਝੱਗਾ ਲਾ ਕੇ, ਚੋਗਾ ਲਾ ਕੇ ਤੇ ਉਹਨੂੰ ਦਿੱਤਾ। ਉਹਨੇ ਬੜੇ ਚਾਅ ਨਾਲ ਛੇਤੀ ਛੇਤੀ ਪਹਿਨ ਲਿਆ। ਨੰਗ ਧੜੰਗੇ ਬੱਚੇ ਨੇ, ਬੜੀ ਛੇਤੀ ਛੇਤੀ ਉਹ ਚੋਗਾ ਆਪਣੇ ਗਲ ਪਾ ਲਿਆ। ਮਾਤਾ ਜੀ ਨੇ ਵੇਖਿਆ ਕਿ ਤਿਆਰ ਕਰਕੇ ਲਿਆਂਦਾ ਸੀ, ਤਨ ਦੇ ਉੱਤੇ ਸੋਹਣਾ ਚੋਗਾ ਸੀ, ਕਿੱਥੇ ਗਿਆ? ਪੁੱਛਿਆ, ਲਾਲ ਜੀ ਚੋਗਾ ਕਿੱਥੇ ਹੈ? ਕੱਪੜੇ ਕਿਉਂ ਲਾਏ ਨੇ? ਤੇ ਬੜੇ ਠਰਮੇ ਨਾਲ, ਬੜੇ ਮਿੱਠੇ ਅੰਦਾਜ਼ ਵਿੱਚ ਜਵਾਬ ਦਿੱਤਾ, ਮਾਂ ਇੱਕ ਬੱਚਾ ਨੰਗਾ ਸੀ, ਉਸ ਨਿਆਣੇ ਨੂੰ, ਉਸ ਬਾਲ ਨੂੰ ਮੈਂ ਆਪਣਾ ਚੋਗਾ ਦਿੱਤਾ ਹੈ। ਆਖਿਆ ਆਪਾਂ ਤੇ ਜਾਣਾ ਹੈ, ਤੇ ਤੁਸੀਂ ਉਹਨੂੰ ਇਹ ਚੋਗਾ ਕਿਉਂ ਦਿੱਤਾ? ਆਖਿਆ ਮਾਂ ਮੇਰੇ ਕੋਲ ਤੇ ਹੋਰ ਹੈਗੇ ਨੇ, ਤੁਸੀਂ ਮੈਨੂੰ ਹੋਰ ਦੇ ਦਿਓਗੇ।
ਉਹਦੇ ਕੋਲ ਜੇ ਹੁੰਦਾ ਤੇ ਵਿਚਾਰਾ ਪਾ ਕੇ ਨਾ ਆਉਂਦਾ, ਉਹਦੇ ਕੋਲ ਕੋਈ ਨਹੀਂ ਸੀ, ਉਹਨੂੰ ਦੇ ਦਿੱਤਾ। ਮਾਤਾ ਨਾਨਕੀ ਜੀ ਨੇ ਇਹ ਗੱਲ ਗੁਰੂ ਸਾਹਿਬਾਂ ਨਾਲ ਸਾਂਝੀ ਕੀਤੀ। ਆਖਿਆ ਮਹਾਰਾਜ ਅੱਜ ਛੋਟੇ ਲਾਲ ਨੇ ਇਸ ਤਰ੍ਹਾਂ ਕੀਤਾ, ਤੇ ਹਜ਼ੂਰ ਮੁਸਕਰਾਏ। ਸਤਿਗੁਰੂ ਜੀ ਮੁਸਕਰਾਏ ਤੇ ਆਖਿਆ ਤੁਹਾਨੂੰ ਖੁਸ਼ ਹੋਣਾ ਚਾਹੀਦਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਇਹਨਾਂ ਦੇ ਜੀਵਨ 'ਚ ਰੂਪਮਾਨ ਹੋ ਰਿਹਾ। ਬੜੀ ਛੋਟੀ ਅਵਸਥਾ, ਤਾਰੀਖ ਆਪਣੇ ਆਪ ਨੂੰ ਦੁਹਰਾ ਦਿੰਦੀ ਹੈ। ਇੱਕ ਛੋਟੇ ਜਿਹੇ ਬੱਚੇ ਦਾ ਨੰਗਾ ਤਨ ਵੀ ਮੇਰੇ ਹਜ਼ੂਰ ਤੋਂ ਬਰਦਾਸ਼ਤ ਨਾ ਹੋਇਆ। ਬਚਪਨ ਦੀ ਅਵਸਥਾ ਸੀ। ਮਹਾਨ ਬਜ਼ੁਰਗਾਂ ਦੀ ਸਿੱਖਿਆ ਦਾ ਅਸਰ, ਗੁਰੂ ਪਰਿਵਾਰ ਦੀ ਸਿੱਖਿਆ ਦਾ ਅਸਰ, ਸਤ ਸੰਗਤ ਦਾ ਵਜਦ, ਅੰਦਰ ਸੁਰਤ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਕਿੰਨੀ ਡੂੰਘੀ ਵਸ ਗਈ ਸੀ। ਮਨੁੱਖਤਾ ਦੇ ਦਰਦੀ ਬਾਲ ਨੇ ਆਪਣਾ ਤਨ ਦਾ ਚੋਗਾ ਲਾ ਕੇ ਉਹਨੂੰ ਦਿੱਤਾ। ਕੌਣ ਜਾਣਦਾ ਸੀ ਮੇਰੇ ਸੱਚੇ ਸਾਹਿਬ ਤੋਂ ਬਿਨਾਂ ਵੀ ਇਹ ਬਾਲਕ ਨੇ ਵੱਡੇ ਹੋ ਕੇ ਲੋਕਾਂ ਦੀ ਇੱਜ਼ਤ ਢੱਕਣੀ ਹੈ। ਅੱਜ ਇੱਕ ਦਾ ਪਿੰਡਾ ਢੱਕਿਆ, ਅੱਜ ਇੱਕ ਦਾ ਜਿਸਮ ਢੱਕਿਆ, ਕੱਲ੍ਹ ਨੂੰ ਇਸ ਨੇ ਮਨੁੱਖਤਾ ਦੀ ਲਹਿੰਦੀ ਹੋਈ ਪੱਤ ਨੂੰ ਕੱਜਣ ਵਾਸਤੇ ਆਪਣੇ ਸਰੀਰ ਦਾ ਚੋਲਾ ਵੀ ਦਾਨ ਕਰ ਦੇਣਾ। ਕੌਣ ਜਾਣਦਾ ਸੀ ਵੀ ਅੱਜ ਕੇਵਲ ਆਪਣਾ ਲਿਬਾਸ ਦਿੱਤਾ ਹੈ, ਆਉਣ ਵਾਲੇ ਸਮੇਂ ਵਿੱਚ ਇਹਨੇ ਆਪਣੇ ਸਵਾਸ ਵੀ ਦੇਣੇ। ਇਹਦੀ ਹਜ਼ੂਰੀ ਵਿੱਚ ਫਰਿਆਦੀ ਕੋਈ ਖਾਲੀ ਨਹੀਂ ਮੁੜੇਗਾ, ਭਾਵੇਂ ਆਪਣੇ ਤਨ ਦਾ ਠੀਕਰਾ ਵੀ ਕਿਉਂ ਨਾ ਭੰਨਣਾ ਪਏਗਾ। ਔਰ ਸਾਰੀ ਜ਼ਿੰਦਗੀ ਲੋਕਾਂ ਦੇ ਦਰਦੀ ਬਣ ਕੇ, ਹਮਾਇਤੀ ਬਣ ਕੇ, ਸੱਚ, ਹੱਕ, ਨਿਆਂ, ਇਨਸਾਫ ਤੇ ਮਨੁੱਖਤਾ ਦੇ ਭਲੇ ਵਾਸਤੇ ਮੇਰੇ ਹਜ਼ੂਰ ਨੇ ਇੱਕ ਇੱਕ ਸਾਹ ਲਿਆ, ਇੱਕ ਇੱਕ ਕਦਮ ਪੁੱਟਿਆ ਆਪਣੇ ਜੀਵਨ ਕਾਲ ਵਿੱਚ। ਐਸੀ ਹਯਾਤੀ ਹੈ, ਐਸਾ ਜੀਵਨ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ। ਇਹ ਉਹਨਾਂ ਦਾ ਬਚਪਨ ਹੈ। ਉਹਨਾਂ ਦੀ ਸੁਰਤ ਤੇ ਉਹਨਾਂ ਦੇ ਮਨ ਅੰਦਰ ਕਿੰਨੇ ਡੂੰਘੇ ਗੁਰੂ ਨਾਨਕ ਸਾਹਿਬ ਜੀ ਦੇ ਖਿਆਲ ਵਸੇ ਹੋਏ ਨੇ, ਜਿਨ੍ਹਾਂ ਨੇ ਆਉਣ ਵਾਲੇ ਸਮੇਂ 'ਚ ਰਹਿਨੁਮਾਈ ਬਖਸ਼ਣੀ। ਔਰ ਉਹਨਾਂ ਦੇ ਅੰਦਰ ਧੀਰਜ ਕਿਸ ਬਾ ਕਮਾਲ ਢੰਗ ਦਾ ਹੈ। ਇੱਕ ਘਟਨਾ ਕਹਿ ਕੇ ਸਮਾਪਤੀ ਕਰਾਂਗਾ। ਇੱਕ ਵਕਤ ਆਇਆ ਜਦੋਂ ਗੁਰੂ ਹਰਕ੍ਰਿਸ਼ਨ ਮਹਾਰਾਜ 8ਵੇਂ ਪਾਤਸ਼ਾਹੀ ਬਾਲਾ ਪ੍ਰੀਤਮ ਸਤਿਗੁਰੂ ਦਿੱਲੀ ਵਿਖੇ ਜੋਤੀ ਜੋਤ ਸਮਾਏ। ਵੈਸੇ ਇਤਿਹਾਸਕਾਰ ਕਹਿੰਦੇ ਨੇ ਵੀ ਜੋਤੀ ਜੋਤ ਸਮਾਉਣ ਤੋਂ ਕੁਝ ਦਿਨ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਭਾਈ ਕਲਿਆਣਾ ਜੀ ਦੀ ਧਰਮਸ਼ਾਲ ਵਿੱਚ ਸਤਿਗੁਰੂ ਮਹਾਰਾਜ ਨੂੰ ਮਿਲ ਕੇ ਤੇ ਮਹਾਰਾਜ ਨੇ ਹੁਕਮ ਕੀਤਾ ਵੀ ਤੁਸੀਂ ਪੰਜਾਬ ਚਲੇ ਜਾਓ। ਬਾਬੇ ਬਕਾਲੇ ਆ ਗਏ। ਇੱਥੇ ਆ ਕੇ ਉਹਨਾਂ ਆਪਣਾ ਨਿਵਾਸ ਕਰ ਲਿਆ। ਜਿਸ ਵੇਲੇ ਗੁਰਗੱਦੀ ਦੀਆਂ ਸਾਰੀਆਂ ਰਸਮਾਂ ਹੁਣ ਸੰਗਤੀ ਰੂਪ ਵਿੱਚ ਗੁਰਗੱਦੀ ਦਾ ਜਿਸ ਵੇਲੇ ਰਸਮ ਹੋਣੀ ਸੀ ਉਹ ਹੋਈ ਬਾਬੇ ਬਕਾਲੇ ਦੀ ਧਰਤੀ ਤੇ। ਹੋਰ ਵਿਰੋਧੀਆਂ ਨੇ, ਸਰਕਾਰੀ ਟਾਊਟਾਂ ਨੇ ਬੜਾ ਜ਼ੋਰ ਲਾਇਆ। ਇੱਕ ਗੱਲ ਦਾ ਧਿਆਨ ਕਰਨਾ, ਗੁਰੂ ਦੀ ਬਰਾਬਰੀ ਦੇ ਉੱਤੇ ਧਿਰ ਪੈਦਾ ਕਰਨ ਦਾ ਯਤਨ ਜਿਹੜਾ ਇਹ ਗੁਰੂ ਸਾਹਿਬਾਂ ਦੇ ਵੇਲੇ ਤੋਂ ਹੀ ਸ਼ੁਰੂ ਹੋ ਗਿਆ। ਇਹਨੂੰ ਕਹਿੰਦੇ ਨੇ ਪੈਰਾ ਲਾਲ ਇੱਕ ਧਿਰ ਖੜੀ ਕਰ। ਕੁਝ ਘਰ ਦੇ ਹੱਥ ਠੋਕੇ ਬਣ ਗਏ, ਕੁਝ ਬਾਹਰ ਦੇ ਤਾਂ ਬਣਨੇ ਹੀ ਸਨ। ਇਸ ਤਰ੍ਹਾਂ ਦੇ ਯਤਨ ਸ਼ੁਰੂ ਤੋਂ ਹੁੰਦੇ ਆਏ। ਇਹ ਹੁੰਦਾ ਇੱਕ ਲਹਿਰ ਨੂੰ ਬਿਲਕੁਲ ਤਬਾਹ ਬਰਬਾਦ ਕਰਨ ਵਾਸਤੇ। ਸਿੱਧਾ ਅਟੈਕ ਵੀ ਕਰੋ, ਅੰਦਰੂਨੀ ਤੌਰ ਤੇ ਵੀ ਖੋਖਲਿਆਂ ਕਰੋ, ਆਸੇ ਪਾਸੇ ਤੋਂ ਵੀ ਇਹਦੇ ਤੇ ਪ੍ਰਭਾਵ ਪਾਓ, ਧਿਰਾਂ ਖੜੀਆਂ ਕਰਕੇ ਸੰਗਤ 'ਚ ਕਨਫਿਊਜ਼ਨ ਖੜੀ ਕਰ ਦਿਓ। ਇਹ ਸਭ ਸਦੀਆਂ ਤੋਂ ਚੱਲ ਰਿਹਾ, ਇੱਕ ਖੇਡ ਹੈ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉੱਤੇ ਧੀਰਮਲ ਨੇ ਗੋਲੀ ਚਲਾਈ। ਧੀਰਮਲ ਦੇ ਖਾਸਮ ਖਾਸ ਆਦਮੀ ਸ਼ੀਏ ਮਸੰਦ ਨੇ। ਬਾਬਾ ਭਾਈ ਮੱਖਣ ਸ਼ਾਹ ਜੀ ਉਸ ਵੇਲੇ ਮਹਾਰਾਜ ਦੇ ਹਜ਼ੂਰ ਆਏ ਸਨ। ਬੜੇ ਧਨਾੜ ਵਪਾਰੀ ਸਨ। ਇਹਨਾਂ ਦਾ ਮੁਜ਼ੱਫਰਾਬਾਦ ਦੇ ਵਿੱਚ ਬਹੁਤ ਵੱਡਾ ਆਲੀਸ਼ਾਨ ਘਰ ਸੀ। ਮੋਟਾ ਟਾਂਡਾ ਇਹਨਾਂ ਦਾ ਪਿੰਡ ਹੈ। ਪਰ ਮੈਂ ਇਤਿਹਾਸ ਪੜ੍ਹ ਰਿਹਾ ਸਾਂ, 14 ਸਾਲ ਦੀ ਉਮਰ ਸੀ ਭਾਈ ਮੱਖਣ ਸ਼ਾਹ ਦੀ ਜਦੋਂ ਉਹਨਾਂ 5ਵੇਂ ਪਾਤਸ਼ਾਹ ਦੇ ਅੰਮ੍ਰਿਤਸਰ ਦਰਸ਼ਨ ਕਰ ਲਏ ਸਨ। ਪੀੜ੍ਹੀ ਦਰ ਪੀੜ੍ਹੀ ਇਹ ਪਰਿਵਾਰ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਸਿੱਖੀ ਵਿੱਚ ਹੈ। ਇਹ ਸਤਿਗੁਰੂ ਮਹਾਰਾਜ ਦੇ ਹਜ਼ੂਰ ਆਏ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਆਏ ਸਨ। ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਗੋਲੀ ਚੱਲੀ ਹੈ, ਇਹਨਾਂ ਨਾਲ ਅੰਗ ਰੱਖਿਅਕ ਹੁੰਦੇ ਸਨ, ਧਨਾੜ ਵਪਾਰੀ ਹੋਣ ਸਦਕੇ ਇਹ ਗਏ ਤੇ ਬਾਹਾਂ ਤੋਂ ਫੜ ਕੇ, ਡੌਲਿਆਂ ਤੋਂ ਫੜ ਕੇ ਬਾਬਾ ਧੀਰਮਲ ਨੂੰ ਵੀ ਲੈ ਆਏ ਤੇ ਸ਼ੀਆਂ ਮਸਾਂ ਦੀਆਂ ਮੁਸ਼ਕਾਂ ਹੱਥ ਬੰਨ੍ਹ ਲੈ ਪਿੱਛੇ ਮਹਾਰਾਜ ਦੇ ਸਾਹਮਣੇ ਲਿਆ ਕੇ ਖੜਿਆਂ ਕਰ ਦਿੱਤਾ। ਆਖਿਆ ਸਤਿਗੁਰੂ ਇਹ ਦੋਸ਼ੀ ਨੇ, ਤੁਸੀਂ ਜੋ ਕਹੋਗੇ ਇਹਨਾਂ ਨੂੰ ਸਜ਼ਾ ਆਇਦ ਕੀਤੀ ਜਾਏਗੀ।
ਫਿਰ ਹਜ਼ੂਰ ਨੇ ਇੱਕ ਪਲ ਲਈ ਬੜੇ ਸਹਿਜ ਵਿੱਚ ਆਏ ਤੇ ਹਜ਼ੂਰ ਨੇ ਆਖਿਆ ਵੀ ਇਹਦੇ ਹੱਥ ਖੋਲ ਦਿਓ। ਹੱਥ ਖੋਲ ਦਿੱਤੇ। ਆਖਿਆ ਜੋ ਕੁਝ ਚੁੱਕ ਕੇ ਲੈ ਗਏ ਨਾ ਧਰਮਸ਼ਾਲ ਚੋਂ, ਇਹਨਾਂ ਨੂੰ ਵਾਪਸ ਦੇ ਦਿਓ। ਹਜ਼ੂਰ ਦਾ ਹੁਕਮ ਸੀ, ਦੇ ਦਿੱਤਾ। ਆਖਿਆ ਉਹਨਾਂ ਨੂੰ ਆਖਿਆ ਜਾਓ, ਤੁਸੀਂ ਚਲੇ ਜਾਓ, ਤੁਹਾਨੂੰ ਕੋਈ ਖਤਰਾ ਨਹੀਂ ਸਾਡੇ ਕੋਲੋਂ। ਸਾਰੇ ਬੜੇ ਹੈਰਾਨ ਸਨ। ਗੋਲੀ ਚਲਾਉਣ ਵਾਲੇ ਬੰਦੇ ਨੂੰ ਵੀ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਆਖਿਆ ਜਾ ਚਲੇ ਜਾਓ। ਸਤਿਗੁਰੂ ਦਾ ਖਿਮਾ ਦਾ ਸੁਭਾਅ ਤੇ ਹੈ ਹੀ ਹੈ। ਮੇਰੇ ਹਜ਼ੂਰ ਬੜੇ ਦੂਰ ਅੰਦੇਸ਼ ਸਨ। ਅਸੀਂ ਵੀ ਨਾ ਕਈ ਵਾਰ ਸਾਡੇ ਨਾਲ ਇਹ ਵਾਪਰਦਾ। ਸਾਡੇ ਸੋਚਣ ਦੀ ਗੱਲ ਹੈ ਇਹ ਘਟਨਾ। ਨਖਿੱਧ ਜਿਹੇ ਬੰਦਿਆਂ ਨੂੰ ਅਸੀਂ ਸਿਕਿਉਰਿਟੀ ਦਵਾ ਦਿੱਤੀ ਬਰਾਬਰ ਖੜਾ ਕਰਕੇ। ਮੇਰੇ ਹਜ਼ੂਰ ਨਹੀਂ ਸਨ ਚਾਹੁੰਦੇ ਸ਼ੀਂਹ ਮਸੰਦ ਵਰਗਾ ਬੰਦਾ ਗੁਰੂ ਘਰ ਦੀ ਬਰਾਬਰੀ ਕਰੇ, ਗੁਰੂ ਨਾਨਕ ਦੇ ਬਰਾਬਰ ਖਲੋਣ ਦਾ ਯਤਨ ਕਰੇ। ਤੇ ਇਹਨੇ ਤਾਂ ਖਲੋਣਾ ਹੈ ਜੇ ਅਸੀਂ ਇਹਦਾ ਜਵਾਬ ਇਹਦੇ ਰੂਪ ਵਿੱਚ ਦਿੱਤਾ। ਨਹੀਂ, ਅਸੀਂ ਇੱਕ ਹੰਕਾਰ ਨੂੰ ਉੱਚਾ ਨਹੀਂ ਚੁੱਕ ਸਕਦੇ। ਅਸੀਂ ਇੱਕ ਈਰ ਖਾਲੂ ਨੂੰ ਤੇ ਇੱਕ ਗੁੰਡਾਗਰਦੀ ਕਰਨ ਵਾਲੇ ਨੂੰ ਇੰਨਾ ਉੱਚਾ ਨਹੀਂ ਚੁੱਕ ਸਕਦੇ। ਦੁਨੀਆ ਕਹੇ ਇੱਕ ਧਿਰ ਗੁਰੂ ਨਾਨਕ ਦੇ ਘਰ ਦੀ ਹੈ, ਉੱਥੇ ਗੁਰੂ ਤੇਗ ਬਹਾਦਰ ਸਾਹਿਬ ਕੰਮ ਕਰ ਰਹੇ ਨੇ, ਤੇ ਇੱਕ ਧਿਰ ਜਿਹੜੀ ਹੈ ਉਹ ਧੀਰ ਮੱਲ ਦੀ ਹੈ ਤੇ ਉੱਥੇ ਸ਼ੀਹਾਂ ਮਸੰਦ ਚੌਧਰੀ ਹੈ। ਇਹਨੂੰ ਚੌਧਰੀ ਕੌਣ ਬਣਾਉਂਦਾ ਹੈ? ਸੋਚਿਓ ਜ਼ਰਾ। ਇਹ ਸਿਆਣਪ ਹੈ, ਦੂਰ ਅੰਦੇਸ਼ੀ ਹੈ। ਅੱਜ ਦਾ ਯੁੱਗ ਹੈ, ਜਿਹਨੇ ਸਿਕਿਉਰਿਟੀ ਲੈਣੀ ਹੋਵੇ, ਜਿਹਨੇ ਸਰਕਾਰ ਤੋਂ ਬੈਨੀਫਿਟ ਜਾਂ ਵਿਰੋਧੀ ਧਿਰਾਂ ਤੋਂ, ਉਹ ਸ਼ਰੇਆਮ ਆ ਕੇ ਗੁਰੂ ਖਿਲਾਫ ਭੌਂਕਦਾ। ਉਹ ਕੋਈ ਨਾ ਕੋਈ ਐਸੀ ਗੱਲ ਕਰਦਾ ਵੀ ਸਾਨੂੰ ਚੜਾਉਂਦਾ, ਤੇ ਅਸੀਂ ਕੌਮੀ ਤੌਰ 'ਤੇ ਹੀ ਐਕਟਿਵ ਹੋ ਜਾਂਦੇ ਹਾਂ। ਐਕਟਿਵ ਹੋਣਾ ਮਾੜੀ ਗੱਲ ਨਹੀਂ, ਪਰ ਉਹਦੀ ਪੋਜੀਸ਼ਨ ਦਾ ਖਿਆਲ ਜ਼ਰੂਰ ਰੱਖੋ। ਕੀ ਉਹ ਸਾਡੀ ਕੌਮ ਦਾ ਸ਼ਰੀਕ ਬਣ ਕੇ ਖਲੋਣ ਜੋਗਾ ਵੀ ਹੈ ਕਿ ਨਹੀਂ ਹੈ? ਹਜ਼ੂਰ ਨੇ ਉਹਨੂੰ ਸ਼ਰੀਕ ਹੀ ਨਹੀਂ ਬਣ ਦਿੱਤਾ। ਉਹਨੂੰ ਆਖਿਆ ਜਾਓ। ਇਹਦੋਂ ਬਾਅਦ ਕਿਸੇ ਨੇ ਸ਼ੀਹਾਂ ਮਸੰਦ ਦਾ ਨਾਂ ਪੜ੍ਹਿਆ ਇਤਿਹਾਸ 'ਚੋਂ? ਬੰਦਾ ਗਾਇਬ ਹੀ ਹੋ ਗਿਆ। ਜਦੋਂ ਉਹਨੂੰ ਮੂੰਹ ਹੀ ਨਹੀਂ ਕਿਸੇ ਲਾਇਆ, ਪੁੱਛਿਆ ਹੀ ਨਹੀਂ, ਹੋਰੇ ਕਿਹੜੇ ਹਾਲ ਨਹੀਂ ਜੀਵਿਆ ਹੋਏਗਾ। ਧੀਰ ਮੱਲ ਨੂੰ ਇੱਕ ਗੱਲ ਜ਼ਰੂਰ ਕਹੀ, ਕਿਉਂਕਿ ਗੁਰੂ ਦੇ ਪਰਿਵਾਰ ਵਿੱਚੋਂ ਸੀ। ਮੇਰੇ ਹਜ਼ੂਰ ਨੇ ਉਹਨਾਂ ਨੂੰ ਜਾਂਦਿਆਂ ਆਵਾਜ਼ ਦਿੱਤੀ, ਇੱਕ ਬਚਨ ਸੁਣ ਲਓ। ਬਚਨ ਕੀ ਸੀ? ਦਰਬ ਕੇ ਕਾਰਨੇ ਗੁਰੂ ਮਹਾਰਾਜ ਨੇ ਨਹੀਂ ਬੈਠੇ ਦੁਕਾਨ ਪਾਈ। ਕਹਿਣ ਲੱਗੇ ਤੁਹਾਨੂੰ ਬਹੁਤਾ ਕੋਈ ਦੱਸਣ ਦੀ ਲੋੜ ਨਹੀਂ, ਪਰ ਤੁਹਾਡੇ ਅਹਿਸਾਸ ਨੀਵੇਂ ਚਲੇ ਗਏ ਨੇ, ਇਸ ਕਰਕੇ ਤੁਸੀਂ ਭੁਲੱਕੜ ਹੋ ਗਏ। ਪਰ ਮੈਂ ਤੁਹਾਨੂੰ ਯਾਦ, ਮੇਰਾ ਫਰਜ਼ ਬਣਦਾ ਤੁਹਾਨੂੰ ਚੇਤੇ ਕਰਾਵਾਂ, ਚੇਤੇ ਕਰਵਾ ਰਿਹਾ। ਇਹ ਕੋਈ ਦੁਨੀਆ ਦੇ ਮਾਣ ਸਨਮਾਨ ਨੂੰ ਬਟੋਰਨ, ਇਕੱਠਿਆਂ ਕਰਨ, ਦੁਨੀਆ ਦੀ ਦੌਲਤ ਦਾ ਅੰਪਾਇਰ ਖੜਾ ਕਰਨ ਵਾਸਤੇ ਗੁਰੂ ਨਾਨਕ ਨੇ ਕੋਈ ਦੁਕਾਨ ਵਪਾਰ ਦਾ ਕੇਂਦਰ ਨਹੀਂ ਖੋਲ੍ਹਿਆ। ਇਸ ਬਚਨ ਨੇ ਬਾਬਾ ਧੀਰ ਮੱਲ ਨੂੰ ਕਿੰਨਾ ਕੁ ਬਦਲਿਆ। ਮੈਂ ਇਤਿਹਾਸ ਪੜ੍ਹਦਾ ਤੇ ਇੱਕ ਇਤਿਹਾਸਕਾਰ ਨੇ ਧੀਰ ਮੱਲ ਨੂੰ ਸ਼ਹੀਦ ਲਿਖਿਆ। ਤੁਸੀਂ ਹੈਰਾਨ ਹੋਵੋਗੇ, ਪਤਾ ਕਿਉਂ? ਧੀਰ ਮੱਲ ਨੇ ਇਸ ਤੋਂ ਬਾਅਦ ਸਰਕਾਰ ਦੀ ਚੁੱਕਣਾ ਵਿੱਚ ਆ ਕੇ ਕੋਈ ਕਾਰਵਾਈ ਨਹੀਂ ਕੀਤੀ। ਸਰਕਾਰ ਨੇ ਉਹਨੂੰ ਚੁੱਕਿਆ ਤੇ ਰਾਣਾ ਥੰਬੋਰ ਦੇ ਕਿਲ੍ਹੇ ਵਿੱਚ ਜੇਲ੍ਹ 'ਚ ਸੁੱਟ ਦਿੱਤਾ। ਗੁਰੂ ਸਾਹਿਬ ਦੇ ਇੱਕ ਬਚਨ ਨੇ ਉਹਦੀ ਹਯਾਤੀ ਇੰਨੀ ਬਦਲੀ, ਉਹਨੇ ਮੌਤ ਨੂੰ ਗਲ ਲਾ ਲਿਆ, ਪਰ ਇਹਦੋਂ ਬਾਅਦ ਉਹਨੇ ਗੁਰੂ ਘਰ ਦੀ ਬਰਾਬਰੀ ਨਹੀਂ ਕੀਤੀ। ਇਸ ਕਰਕੇ ਉਸ ਇਤਿਹਾਸਕਾਰ ਨੇ ਲਿਖਿਆ, ਭੁੱਲ ਜਾਣਾ ਵੱਡੀ ਗੱਲ ਨਹੀਂ, ਸੰਭਲ ਜਾਣਾ ਬੜੀ ਵੱਡੀ ਗੱਲ ਹੈ। ਇੱਕ ਬੰਦਾ ਆਪਣੀ ਭੁੱਲ ਨੂੰ ਧੋਣ ਵਾਸਤੇ ਸਰਕਾਰੀ ਕੈਦ ਵਿੱਚ ਰਹਿ ਕੇ ਆਪਣੀ ਜਾਨ ਦੇ ਗਿਆ। ਕੀ ਇਹ ਗੁਰੂ ਦੇ ਬਚਨਾਂ ਦਾ ਅਸਰ ਨਹੀਂ? ਤੇ ਫਿਰ ਇੱਥੇ ਹੀ ਨਹੀਂ, ਉਹਦਾ ਵੱਡਾ ਪੁੱਤਰ ਧੀਰ ਮੱਲ ਦਾ ਵੱਡਾ ਪੁੱਤਰ ਜਿਹੜਾ, ਉਹਨੂੰ ਵੀ ਸਰਕਾਰ ਨੇ ਚੁੱਕ ਕੇ ਜੇਲ੍ਹ 'ਚ ਸੁੱਟਿਆ ਤੇ ਉਹ ਵੀ ਜੇਲ੍ਹ ਵਿੱਚ ਹੀ ਮਰਿਆ। ਛੋਟਾ ਪੁੱਤਰ ਮਹਾਰਾਜ ਦੇ ਕੋਲ ਆਇਆ, ਉਹਨੇ ਆਖਿਆ ਮਹਾਰਾਜ ਮੇਰੀ ਵੀ ਜਾਨ ਨੂੰ ਉਵੇਂ ਹੀ ਖਤਰਾ ਜਿਵੇਂ ਮੇਰੇ ਪਿਓ ਦੀ ਜਾਨ ਨੂੰ, ਮੇਰੇ ਵੱਡੇ ਭਰਾ ਦੀ ਜਾਨ ਨੂੰ ਖਤਰਾ ਪਿਆ। ਹਜ਼ੂਰ ਨੇ ਉਹਨੂੰ ਪਨਾਹ ਦਿੱਤੀ। ਕੈਸੇ ਗਰੀਬ ਨਵਾਜ਼ ਹਨ। ਤੇ ਸਤਿਗੁਰੂ ਨੇ ਇੰਨਾ ਬਚਨ ਕਿਹਾ, ਮੈਂ ਕੋਈ ਦੁਨੀਆ ਦਾ ਮਾਣ ਸਨਮਾਨ ਇਕੱਠਾ ਕਰਨ ਲਈ ਦੁਨੀਆ ਆਉਂਦੀ ਹੈ, ਨਮਸਕਾਰ ਕਰਦੀ ਹੈ, ਭੇਟਾ ਚੜਾਉਂਦੀ ਹੈ, ਸਤਿਕਾਰ ਹੁੰਦਾ ਹੈ, ਲੋਕ ਗੁਰੂ ਕਹਿੰਦੇ, ਇਹ ਕੋਈ ਇਹ ਚੀਜ਼ਾਂ ਇਕੱਠੀਆਂ ਕਰਨ ਦੀ ਦੁਕਾਨ ਨਹੀਂ। ਇਹ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਜੋ ਸੇਵਾ ਜ਼ਿੰਮਾ ਦਿੱਤਾ ਹੈ, ਉਹ ਜ਼ਿੰਮੇ ਨੂੰ ਨਿਭਾ ਰਹੇ ਹਾਂ। ਤੇ ਇਹ ਜ਼ਿੰਮਾ ਨਿਭਾਉਂਦਿਆਂ ਹੋਇਆਂ ਤੱਤੀ ਤਵੀ ਤੇ ਵੀ ਸਾਡੇ ਵੱਡੇ ਸਤਿਗੁਰੂ ਬੈਠੇ ਨੇ। ਮੈਦਾਨੇ ਜੰਗ ਅੰਦਰ ਲੋਹਾ ਵੀ ਖੜਕਾਇਆ, ਤੇ ਹੋ ਸਕਦਾ ਕੱਲ੍ਹ ਨੂੰ ਵੀ ਐਸੇ ਹਾਲਾਤ ਬਣ। ਤੇ ਕਮਾਲ ਹੈ, ਉਸ ਜ਼ਿੰਮੇਦਾਰੀ ਨੂੰ ਨਿਭਾਉਂਦਿਆਂ ਮੇਰੇ ਹਜ਼ੂਰ ਨੂੰ ਜੇ ਸੀਸ ਵੀ ਕਟਵਾਉਣਾ ਪਿਆ ਤੇ ਉਹ ਕਟਵਾਇਆ। ਇੱਕ ਸਿਆਣੇ ਸੂਝਵਾਨ ਮਹਾਨ ਤੱਤਵੇਤਾ ਆਗੂ ਦੀ ਇਹ ਨਿਸ਼ਾਨੀ ਹੁੰਦੀ ਹੈ। ਮੈਂ ਜਦੋਂ ਕਦੇ ਉਹਨਾਂ ਦੀ ਸ਼ਹੀਦੀ ਪੜ੍ਹਦਾ ਤੇ ਹੈਰਾਨ ਹੁੰਦਾ। ਮਹਾਰਾਜ ਨੂੰ ਵਿਖਾ ਕੇ ਇੱਕ ਸਿੱਖ ਨੂੰ ਜਿਉਂਦਿਆਂ ਸਾੜਿਆ ਗਿਆ ਸੀ, ਭਾਈ ਸਤੀ ਦਾਸ ਨੂੰ, ਕਿ ਮਹਾਰਾਜ ਆਪਣੀਆਂ ਅੱਖਾਂ ਨਾਲ ਆਪਣੇ ਸਿੱਖ ਦਾ ਅਸ਼ਰ ਵੇਖਣ ਵੀ ਅਸੀਂ ਕੀ ਕਰ ਸਕਦੇ ਹਾਂ। ਸਤਿਗੁਰੂ ਨੂੰ ਵਿਖਾ ਕੇ ਉਹਨਾਂ ਦੇ ਨੇਤਰਾਂ ਦੇ ਸਾਹਮਣੇ ਉਬਲਦੀ ਦੇਗ ਵਿੱਚ ਭਾਈ ਦਿਆਲੇ ਨੂੰ ਬਿਠਾਇਆ ਗਿਆ ਸੀ। ਸਤਿਗੁਰੂ ਦੇ ਨੇਤਰਾਂ ਦੇ ਸਾਹਮਣੇ ਉਹਨਾਂ ਨੂੰ ਵਿਖਾ ਕੇ, ਉਹਨਾਂ ਨੂੰ ਬਿਠਾ ਕੇ
ਭਾਈ ਮਤੀ ਦਾਸ ਨੂੰ ਆਰੇ ਨਾਲ ਫੱਟਿਆਂ 'ਚ ਜੜ ਕੇ ਆਰੇ ਨਾਲ 2 ਫਾੜ ਕੀਤਾ ਗਿਆ ਸੀ। 3 ਸ਼ਹਾਦਤਾਂ ਆਪਣੇ ਪਿਆਰੇ ਅਜ਼ੀਜ਼ ਸਿੱਖਾਂ ਦੀਆਂ ਇੱਕ ਦਿਨ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਨੇਤਰਾਂ ਨਾਲ ਸਾਹਮਣੇ ਬਹਿ ਕੇ ਵੇਖੀਆਂ ਸਨ। ਬੰਦਾ ਆਪਣੇ ਸਰੀਰ ਦੇ ਅੰਗ 'ਚੋਂ ਚੋਂਦਾ ਲਹੂ ਨਹੀਂ ਵੇਖ ਸਕਦਾ, ਉਹਨੂੰ ਪੱਟੀਆਂ ਕਰਕੇ ਕੱਜਦਾ। ਜਦੋਂ ਇੱਕ ਸਰੀਰ ਤੇ ਉਹਨਾਂ ਦੇ ਅਜ਼ੀਜ਼ ਤੇ ਪਿਆਰੇ ਗੁਰਸਿੱਖ ਦਾ 2 ਫਾੜ ਕੀਤਾ ਹੋਏਗਾ, ਮੇਰੇ ਹਜ਼ੂਰ ਨੇ ਆਪਣੀ ਅੱਖਾਂ ਨਾਲ ਵੇਖਿਆ। ਉਬਲਦੀ ਦੇਗ ਵਿੱਚ ਆਪਣੇ ਪਿਆਰੇ ਨੂੰ ਤੱਕਿਆ। ਸੜਦੇ ਹੋਏ ਜਿਸਮ ਨੂੰ, ਭਾਈ ਸਤੀ ਦਾਸ ਦੇ ਜਿਸਮ ਨੂੰ ਮਹਾਰਾਜ ਨੇ, ਦੀਵਾਨ ਸੀ ਗੁਰੂ ਘਰ ਦਾ, ਜਿਸ ਨੂੰ ਆਪਾਂ ਸੈਕਟਰੀ ਦੀ ਉਪਾਧੀ ਦਿੰਦੇ, ਇੰਨੇ ਅਜ਼ੀਜ਼ 3 ਪਿਆਰਿਆਂ ਦੀਆਂ ਸ਼ਹੀਦੀਆਂ ਨੂੰ ਹਜ਼ੂਰ ਨੇ ਨੇਤਰਾਂ ਨਾਲ ਤੱਕਿਆ। ਔਰ ਧੰਨ ਸਿੱਖੀ ਆ, ਧੰਨ ਸਿੱਖੀ। ਸਮੇਂ ਦੀ ਸਰਕਾਰ ਚਾਹੁੰਦੀ ਗੁਰੂ ਮਹਾਰਾਜ ਵੇਖ ਲੈਣ ਵੀ ਜੇ ਇਹਨਾਂ ਦੇ ਸੇਵਕਾਂ ਨਾਲ ਅਸੀਂ ਇਹ ਕਰ ਸਕਦੇ, ਤੁਹਾਡੇ ਨਾਲ ਕੀ ਕਰਾਂਗੇ। ਔਰ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਸਰੀਰ ਦਾ ਠੀਕਰਾ ਭੰਨਿਆ, ਕੁਰਬਾਨੀ ਦਿੱਤੀ, ਸ਼ਹਾਦਤ ਦਿੱਤੀ। ਬਹੁਤ ਵੱਡੇ ਦੁਨੀਆ 'ਚ ਕੋਈ ਐਸਾ ਮਹਾਨ ਪੁਰਖ ਨਹੀਂ ਜਿਸ ਦੇ ਸਾਹਮਣੇ ਕਿਸੇ ਗੈਰ ਮਜ਼ਹਬ ਦੇ ਲੋਕ ਆਏ ਹੋਣ ਤੇ ਉਹਨਾਂ ਨੇ ਫਰਿਆਦ ਕੀਤੀ ਹੋਵੇ, ਮਹਾਰਾਜ ਸਾਡੀ ਇੱਜ਼ਤ ਆਬਰੂ, ਸਾਡੇ ਕਲਚਰ, ਸਾਡੀ ਬੋਲੀ, ਸਾਡੀ ਹੋਂਦ ਨੂੰ ਖਤਰਾ ਹੈ। ਭਾਵੇਂ ਅਸੀਂ ਤੁਹਾਡੇ ਮਜ਼ਹਬ ਦੀ ਪ੍ਰੈਕਟਿਸ ਨਹੀਂ ਕਰਦੇ, ਤੁਹਾਡੀ ਪ੍ਰੈਕਟਿਸ ਤੇ ਸਾਡੀ ਪ੍ਰੈਕਟਿਸ ਅਭਿਆਸ 'ਚ ਫਰਕ ਹੈ, ਫਿਰ ਵੀ ਅਸੀਂ ਤੁਹਾਡੇ ਕੋਲ ਰੱਖਿਆ ਦੀ ਉਮੀਦ ਲੈ ਕੇ ਆਏ। ਮੈਂ ਕਈ ਵਾਰ ਸੋਚਦਾ, ਜੇ ਮੁਸਲਮਾਨ ਨਮਾਜ਼ੀ ਮੋਢੇ ਤੇ ਮੁਸੱਲਾ ਧਰ ਕੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਆ ਜਾਂਦਾ ਤੇ ਕਹਿੰਦਾ ਮਹਾਰਾਜ ਮੇਰੇ ਮਜ਼ਹਬ ਨੂੰ ਖਤਰਾ ਹੈ, ਮੇਰੀ ਜਾਨ ਮਾਲ ਦੀ ਰਾਖੀ ਕਰੋ, ਤੇ ਸਤਿਗੁਰੂ ਨਾ ਉਹਨੂੰ ਵੀ ਨਾ ਕਰਦੇ। ਕਿਉਂਕਿ ਮੇਰੇ ਹਜ਼ੂਰ ਦੀ ਸੋਚ ਹੈ, ਭੈ ਕਾਹੂ ਕੋ ਦੇਤ ਨੈ ਪੈ ਮਾਨਤਾਨ। ਡਰ ਦੇਣਾ ਨਹੀਂ ਤੇ ਈਨ ਮੰਨਣੀ ਨਹੀਂ। ਡਰ ਦੇਣ ਵਾਲਾ ਜ਼ਾਲਮ ਬਣਦਾ ਹੈ ਤੇ ਈਨ ਮੰਨਣ ਵਾਲਾ ਗੁਲਾਮ ਬਣਦਾ ਹੈ। ਜ਼ਾਲਮ ਤੇ ਗੁਲਾਮੀ ਦਾ ਭੇਦ ਮਿਟਾ ਕੇ ਸਰਬ ਸਾਂਝੀ ਵਾਲਤਾ ਦਾ ਉਪਦੇਸ਼ ਤੇ ਸਮਾਜ ਸਿਰਜਣਾ, ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਟੀਚਾ ਹੈ। ਐਸੀ ਮਹਾਨ ਆਤਮਾ ਗਰੀਬ ਨਵਾਜ਼ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਪਾਂ 400 ਸਾਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। 400 ਸਾਲ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਅੰਮ੍ਰਿਤਸਰ ਦੀ ਧਰਤੀ ਤੇ ਪ੍ਰਕਾਸ਼ ਲਿਆ ਸੀ। ਯਤਨ ਕਰਿਆ ਕਰੀਏ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬਾਣੀ ਦੇ ਵਿੱਚ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੇ 59 ਸ਼ਬਦ ਹਨ ਤੇ 57 ਸ਼ਲੋਕ ਹਨ। 15 ਰਾਗਾਂ ਵਿੱਚ ਸਤਿਗੁਰਾਂ ਦੀ ਬਾਣੀ ਹੈ। ਇਸ ਬਾਣੀ ਨੂੰ ਆਪ ਇੱਕ ਵਾਰ, ਕਿਉਂਕਿ ਮਹਾਰਾਜ ਦੀ ਸ਼ਤਾਬਦੀ ਮਨਾਉਣ ਦਾ ਤੇ ਮਕਸਦ ਇਹ ਹੀ ਹੈ ਨਾ ਵੀ ਸਾਨੂੰ ਪਤਾ ਵੀ ਲੱਗੇ ਗੁਰੂ ਤੇਗ ਬਹਾਦਰ ਸਾਹਿਬ ਦੀ ਜ਼ਿੰਦਗੀ ਕੀ ਹੈ, ਉਹਨਾਂ ਨੇ ਸਾਡੇ ਲਈ ਕੁਝ ਕਿਹਾ ਹੋਏਗਾ ਤੇ ਉਹ ਜੋ ਕਿਹਾ ਹੈ ਉਹ ਕੀ ਹੈ, ਉਹ ਬਾਣੀ ਦੇ ਵਿੱਚ ਦਰਜ ਹੈ। ਤੇ ਜੇ ਅਸੀਂ ਨਹੀਂ ਪੜ੍ਹਦੇ ਇਹਨਾਂ ਗੱਲਾਂ ਨੂੰ ਤੇ ਸ਼ਤਾਬਦੀਆਂ ਤੇ ਆਉਂਦੀਆਂ ਰਹਿਣਗੀਆਂ, ਲੰਘਦੀਆਂ ਰਹਿਣਗੀਆਂ, ਅਸੀਂ ਉੱਥੇ ਹੀ ਖੜੇ ਰਵਾਂਗੇ। ਤੇ ਯਤਨ ਕਰੋ, ਘੱਟੋ ਘੱਟ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਮਨਾ ਰਹੇ ਹਾਂ, ਉਹਨਾਂ 59 ਸ਼ਬਦਾਂ ਤੇ 57 ਸ਼ਲੋਕਾਂ ਦਾ ਪਾਠ ਵੀ ਕਰੋ ਤੇ ਉਹਨਾਂ ਨੂੰ ਅਰਥਾਂ ਸਹਿਤ ਪੜ੍ਹਨ ਦਾ ਯਤਨ ਵੀ ਕਰੋ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਨੂੰ ਵੀ ਪੜ੍ਹੋ, ਉਹਨਾਂ ਦੇ ਪਰਉਪਕਾਰਾਂ ਨੂੰ ਪੜ੍ਹੋ। ਕਿ ਐਸੇ ਮਹਾਨ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਅਕੀਦਤ ਪ੍ਰੇਮ ਦਾ ਇਜ਼ਹਾਰ ਇਸ ਤੋਂ ਵੱਡਾ ਹੋਰ ਕੋਈ ਨਹੀਂ ਹੋ ਸਕਦਾ। ਇਹ ਚੀਜ਼ਾਂ ਸਾਡੇ ਅੰਦਰ ਹੋਰ ਪ੍ਰੇਮ ਪੈਦਾ ਕਰਨਗੀਆਂ। ਜਿੰਨਾ ਅਸੀਂ ਗੁਰੂ ਸਾਹਿਬ ਨੂੰ ਜਾਣਾਂਗੇ, ਸਾਡੇ ਅੰਦਰ ਮੁਹੱਬਤ ਪੈਦਾ ਹੋਏਗੀ। ਤਾਂ ਸਤਿਗੁਰਾਂ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਮਹਾਰਾਜ ਆਪਣੇ ਨਕਸ਼ੇ ਕਦਮਾਂ ਦੇ ਉੱਤੇ ਤੁਰਨ ਦੀ ਸਾਨੂੰ ਸਭਨਾਂ ਨੂੰ ਸਮਰੱਥਾ, ਸੋਝੀ ਤੇ ਮੁਹੱਬਤ, ਪ੍ਰੇਮ ਬਖਸ਼ਿਸ਼ ਕਰਨ। ਆਪ ਸਾਰੀ ਸੰਗਤ ਦਾ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਦੋ ਸਹਿਤ ਫਤਿਹ ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।